ਸ਼ਲੋਕ ਮਹਲਾ ਪੰਜਵਾ। ਧੰਨ ਧੰਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਰਾਮ ਕਲੀ ਕੀ ਵਾਰ ਮਹਲਾ ਪੰਜਵਾ। ਸਰਲੇ ਖੇਠ ਇਹ 12ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਅੰਮ੍ਰਿਤ ਬਾਣੀ ਅਮਿਓ ਰਸ। ਇਹ ਭਾਈ ਅੰਮ੍ਰਿਤ ਬਾਣੀ ਵਿੱਚ ਨਾਮ ਅੰਮ੍ਰਿਤ ਰੂਪੀ ਰਸ ਹੈ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਬਾਣੀ ਵੀ ਅੰਮ੍ਰਿਤ ਰੂਪ ਹੈ ਅਤੇ ਰਸ ਕਹੀਏ ਪ੍ਰੇਮ ਵੀ ਅੰਮ੍ਰਿਤ ਰੂਪ ਹੈ। ਅੰਮ੍ਰਿਤ ਹਰਿ ਕਾ ਨਾਮ। ਅਤੇ ਪਰਮੇਸ਼ਰ ਦਾ ਨਾਮ ਵੀ ਅੰਮ੍ਰਿਤ ਹੈ। ਅਰਥਾਤ ਇਹ ਸਾਰੀਆਂ ਚੀਜ਼ਾਂ ਅੰਮ੍ਰਿਤ ਰੂਪ ਹਨ, ਕਿਉਂਕਿ ਬਾਣੀ ਦੇ ਨਾਲ ਹੀ ਅੰਮ੍ਰਿਤ ਬਣਦਾ ਹੈ ਤੇ ਰਸ ਪ੍ਰੇਮ ਪੈਦਾ ਹੁੰਦਾ ਹੈ। ਜਿਵੇਂ ਜਿਵੇਂ ਬਾਣੀ ਪੜ੍ਹੀ ਦੀ ਹੈ, ਸ਼ਬਦ ਕੀਰਤਨ ਸ਼ਬਦ ਉਚਾਰੀ ਦਾ ਹੈ, ਤਿਵੇਂ ਤਿਵੇਂ ਪ੍ਰੇਮ ਦੇ ਵਿੱਚ ਵਾਧਾ ਹੁੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਿ ਸਿਉ ਰੰਗ। ਅਤੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ ਸਾਧ ਸੰਗਤ ਦੇ ਵਿੱਚੋਂ। ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾਂ ਪਾਏ। ਸੰਤ ਹੀ ਵਾਹਿਗੁਰੂ ਦੇ ਵਿੱਚ ਪ੍ਰੇਮ ਲਾਉਣ ਵਿੱਚ ਸਹਾਇਤਾ ਕਰਦੇ ਨੇ। ਮਹਾਰਾਜ ਕਹਿੰਦੇ ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਜਿਸ ਨੇ ਅੰਮ੍ਰਿਤ ਰੂਪ ਬਾਣੀ ਦੇ ਨਾਲ ਰਸ ਕਹੀਏ ਪ੍ਰੇਮ ਕੀਤਾ ਹੈ, ਉਸ ਨੂੰ ਬ੍ਰਹਮਾਨੰਦ ਆਤਮਕ ਆਨੰਦ ਰੂਪੀ ਅੰਮ੍ਰਿਤ ਰਸ ਪ੍ਰਾਪਤ ਹੋਇਆ ਹੈ। ਅੰਮ੍ਰਿਤ ਹਰਿ ਕਾ ਨਾਮ। ਪਰ ਉਸ ਨੇ ਅਮਰ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਜਪਿਆ ਹੈ। ਇਸੇ ਪ੍ਰਕਾਰ ਅੰਮ੍ਰਿਤ ਬਾਣੀ ਅਮਿਓ ਰਸ। ਗੁਰ ਉਪਦੇਸ਼ ਰੂਪ ਅੰਮ੍ਰਿਤ ਬਾਣੀ ਦੁਆਰਾ ਜਦੋਂ ਮਹਾਰਾਜ ਫਰਮਾਉਂਦੇ ਨੇ ਕਿ ਹਰੀ ਦਾ ਜੋ ਨਾਮ ਹੈ ਅੰਮ੍ਰਿਤ ਹਰਿ ਕਾ ਨਾਮ, ਇਹ ਵੀ ਅੰਮ੍ਰਿਤ ਰੂਪ। ਇਹਨੂੰ ਜਦ ਹਿਰਦੇ ਵਿੱਚ ਧਾਰਿਆ ਤਾਂ ਬ੍ਰਹਮਾਨੰਦ ਰੂਪੀ ਅਮਿਓ ਰਸ ਅੰਮ੍ਰਿਤ ਰਸ ਦੀ ਪ੍ਰਾਪਤੀ ਹੋਈ। ਜਿਹੜਾ ਬ੍ਰਹਮਾਨੰਦ ਹੈ ਇਹ ਅੰਮ੍ਰਿਤ ਰਸ ਦੀ ਤਰ੍ਹਾਂ ਹੈ। ਜਿਵੇਂ 36 ਪ੍ਰਕਾਰ ਦੇ ਭੋਜਨ ਨੇ, ਹਰ 36 ਪ੍ਰਕਾਰ ਦੇ ਭੋਜਨਾਂ ਦੇ ਵਿੱਚ 6 ਪ੍ਰਕਾਰ ਦਾ ਰਸ ਹੈ। ਇਸੇ ਪ੍ਰਕਾਰ ਜੋ ਮਹਾਰਾਜ ਦਾ ਨਾਮ ਅੰਮ੍ਰਿਤ ਹੈ ਇਹ ਰਸ ਵਾਲਾ ਹੈ। ਪਰ ਬਹੁਤ ਹੀ ਅਫਸੋਸ ਹੈ ਕਿ ਨਾ ਤਾਂ ਸਾਨੂੰ ਨਾਮ ਦਾ ਰਸ ਆਇਆ ਹੈ, ਨਾ ਸਾਡੇ ਪਾਸ ਕੋਈ ਗਿਆਨ ਹੈ ਤੇ ਨਾ ਹੀ ਧਿਆਨ ਹੈ। ਬੇਸ਼ੱਕ ਅਸੀਂ ਬਾਣੀ ਵੀ ਪੜ੍ਹਦੇ ਹਾਂ, ਪਾਠ ਵੀ ਕਰਦੇ ਹਾਂ, ਕਥਾ ਕੀਰਤਨ ਵੀ ਕਰਦੇ ਸੁਣਦੇ ਹਾਂ, ਛੋਟੀ ਉਮਰ ਤੋਂ ਹੀ ਲੱਗੇ ਹੋਏ ਹਾਂ, ਪਰ ਸਾਨੂੰ ਅੱਜ ਤੱਕ ਨਾ ਤਾਂ ਅੰਮ੍ਰਿਤ ਤੇ ਨਾ ਹੀ ਰਸ ਦੀ ਪ੍ਰਾਪਤੀ ਹੋਈ ਹੈ। ਜਿਸ ਤਰ੍ਹਾਂ ਦੇ ਲੱਗੇ ਸੀਗੇ ਉਹਦੇ ਨਾਲੋਂ ਸਗੋਂ ਹੇਠਾਂ ਹੀ ਡਿੱਗੇ ਆ, ਉੱਪਰ ਨਹੀਂ ਉੱਠੇ। ਅਵਸਥਾ ਬਣਨੀ ਚਾਹੀਦੀ ਸੀ ਸਗੋਂ ਕਿ ਹੇਠਾਂ ਹੀ ਹੇਠਾਂ ਆਈ ਗਏ ਹਾਂ। ਚੜ੍ਹਦੀ ਕਲਾ ਵਾਲਾ ਜੋ ਜੀਵਨ, ਚੜ੍ਹਦੀ ਕਲਾ ਵਾਲੀ ਅਵਸਥਾ ਨਹੀਂ ਬਣੀ ਜੋ ਮਹਾਰਾਜ ਨੇ ਦਰਸਾਈ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ ਸਭ ਰਸ ਮੀਠੇ ਮੁਖ ਲੱਗੈ ਜਾਂ ਹਰ ਗੁਣ ਗਾਵੇ।
ਸਾਡੇ ਮਨ ਵਿੱਚ ਕਾਹਲੀ ਪਈ ਰਹਿੰਦੀ ਹੈ। ਜੇ ਸ੍ਰੀ ਸਹਿਜ ਪਾਠ ਰੱਖ ਲਓ, ਉਹ ਮੇਰੇ ਆਪ ਦੀ ਗੱਲ ਹੈ ਕਿ ਸਾਡਾ ਧਿਆਨ ਹੁੰਦਾ ਹੈ ਕਿ ਘੱਟ ਤੋਂ ਘੱਟ ਜੇ ਅਖੰਡ ਪਾਠੀ 2 ਘੰਟਿਆਂ ਵਿੱਚ 60 ਅੰਗ ਕਰਦਾ, ਉਹਦਾ ਨਿਯਮ ਹੈ। ਤੇ ਅਸੀਂ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤਾ, ਸਾਨੂੰ 100 ਅੰਗ ਤਾਂ ਘੱਟੋ ਘੱਟ 2 ਘੰਟਿਆਂ 'ਚ ਕਰਨਾ ਚਾਹੀਦਾ ਹੀ ਹੈ। ਸ੍ਰੀ ਸਹਿਜ ਪਾਠ ਦੌਰਾਨ ਅਸੀਂ ਰਸ ਨਹੀਂ ਲੈਂਦੇ, ਅੰਮ੍ਰਿਤ ਨਹੀਂ ਪੀਂਦੇ, ਸਗਵਾਂਗੇ ਗੱਲ ਮੁਕਾਉਣ ਵਾਲੀ ਕਰਦੇ ਹਾਂ ਵੀ 100 ਅੰਗ ਦਵਾ ਦਵ ਪੜ੍ਹ ਦਿਓ, ਇੰਨਾ ਕੀ ਸਾਡਾ ਕੰਮ ਹੈ। 100 ਅੰਗ ਤੂੰ ਪੜ੍ਹ ਦੇ, 100 ਅੰਗ ਮੈਂ ਪੜੂੰਗਾ, 200 ਅੰਗ ਹੋ ਗਿਆ। ਤੇ ਲੋਕ ਵੀ 7 ਦਿਨਾਂ ਦਾ ਟਾਈਮ ਦਿੰਦੇ ਨੇ। ਮਰਗ ਦਾ ਤਾਂ ਹੋਰ ਵੀ ਘਟ ਜਾਂਦਾ ਹੈ। ਉੱਥੇ ਬੰਦਾ ਕਰੇ ਵੀ ਕੀ? ਉਹ ਆਪਦਾ ਅੰਮ੍ਰਿਤ ਲਵੇ, ਰਸ ਲਵੇ ਕਿ ਲੋਕਾਂ ਨੂੰ ਸੁਣਾਵੇ ਕਿ ਜਾਂ ਆਪਦੇ ਅੰਗ ਪੂਰੇ ਕਰੇ, ਫਿਰ ਤੇ ਦਵਾ ਦਾ ਵੀ ਆ। 200 ਅੰਗ ਤਾਂ 7 ਦਿਨਾਂ ਬਾਅਦ ਭੋਗ ਪੈਂਦਾ। ਤੇ ਮਰਗ ਦੇ ਵਿੱਚ 2 ਦਿਨ ਤਾਂ ਉਹੀ ਲੰਘ ਜਾਂਦੇ। ਇੱਕ ਦਿਨ ਪੁਰਾਣੀ ਚੜ੍ਹਾਈ ਕੀਤਾ, ਉਦਣ ਗਿਆ। ਜੇ ਉਹਦਾ ਸੰਸਕਾਰ ਅਗਲੇ ਦਿਨ ਵੀ ਹੋ ਗਿਆ ਤਾਂ ਵੀ 2 ਦਿਨ ਤਾਂ ਟੱਪ ਗਏ। ਤੋ ਜੇ ਬਾਅਦ ਦੇ ਵਿੱਚ ਫੁੱਲ ਪਾ ਕੇ ਫਿਰ ਬਾਅਦ ਦੇ ਵਿੱਚ ਪਾਠ ਆਰੰਭ ਕਰਾਉਣਾ ਹੋਇਆ ਤੇ ਤਾਂ ਵੀ ਟਾਈਮ ਲੇਟ ਹੋ ਗਿਆ। ਫਿਰ ਇੱਕ ਦਿਨ ਭੋਗ ਦਾ ਲੰਘ ਗਿਆ। ਦਿਨ ਬੜੇ ਸੀਮਤ ਜੇ ਹੁੰਦੇ ਨੇ, ਉੱਥੇ ਬੰਦਾ ਕਰੇ ਵੀ ਕੀ? ਜੇ ਆਪ ਦਾ ਵੀ ਰੱਖੋ ਤਾਂ ਵੀ ਮਨ 'ਚ ਕਾਹਲ ਪਈ ਰਹਿੰਦੀ ਹੈ ਵੀ ਅੰਗ ਪੜੋ। ਮਤਲਬ ਸਾਨੂੰ ਪਤਾ ਸਾਰਾ ਕੁਛ ਹੈ ਕਿ ਬਾਣੀ ਦੇ ਵਿੱਚ ਰਸ ਹੈ, ਪਰ ਆਉਂਦਾ ਨਹੀਂ ਹੈ। ਜਦੋਂ ਵੀ ਆਰੰਭ ਕਰ ਲਓ ਉਦੋਂ ਦਵਾ ਦਵ ਦਾ ਚੱਕਰ ਪੈ ਜਾਂਦਾ ਵੀ ਸ਼ੀਸ਼ੇ ਦੀ ਪੜੋ ਤੇ ਕੰਮ ਮੁਕਾਓ। ਬਹੁਤੀ ਦੂਰ ਨਹੀਂ ਜਾਂਦੇ ਆ, 5 ਬਾਣੀਆਂ ਦਾ ਪਾਠ ਹੀ ਹੈ। ਇਹ ਵੀ ਸੋਚੀਦਾ ਵੀ ਸ਼ੀਸ਼ੇ ਦੀ ਕੰਮ ਮੁਕਾ ਦਿਓ, ਅੱਧੇ ਘੰਟੇ 'ਚ ਪੜ੍ਹ ਦਿਓ। ਸੁਖਮਨੀ ਸਾਹਿਬ ਵੀ ਬਹੁਤਾ ਟਾਈਮ ਕੀ ਲਾਉਣਾ, 35 ਕੁ ਮਿੰਟਾਂ 'ਚ ਪੜ੍ਹ ਕੇ ਲਾਂਭੇ ਕਰੋ, ਪੜ੍ਹਨਾ ਹੀ ਹੈ। ਨਾ ਤਾਂ ਮਨ ਦੀ ਭਾਵਨਾ ਹੈ ਕਿ ਸਾਡੀ ਇਕਾਗਰਤਾ ਬਣੇ, ਕਿਉਂਕਿ ਇਕਾਗਰਤਾ ਦੇ ਵਿੱਚ ਹੀ ਰਸ ਹੈ, ਨਾ ਕੋਈ ਦਿਲੋਂ ਪ੍ਰੇਮ ਹੈ। ਤੇ ਜੋ ਡਿਊਟੀ ਹੈ ਉਹ ਅਸੀਂ ਕੇਵਲ ਪੈਸੇ ਖਾਤਰ, ਉਹਦਾ ਧਿਆਨ ਮਾਇਆ ਦੇ ਵਿੱਚ ਹੈ, ਸਮਾਂ ਪੂਰਾ ਕਰਨ ਵਿੱਚ ਹੈ। ਮਨ ਵਿੱਚ ਕਾਹਲ ਪਈ ਹੁੰਦੀ ਹੈ ਕਿ ਕਦੋਂ ਸਾਡਾ ਡਿਊਟੀ ਵਾਲਾ ਸਮਾਂ ਸਮਾਪਤ ਹੁੰਦਾ ਹੈ। ਕਿਉਂ ਇਹ ਸਾਡੀ ਬਹੁਤ ਵੱਡੀ ਘਾਟ ਹੈ। ਜੋ ਨਾਮ ਸਿਮਰਨ ਅਸੀਂ ਆਪ ਨਹੀਂ ਕਰਦੇ, ਪੈਸੇ ਦੇ ਕੇ ਵੀ ਪਾਠ ਹੁੰਦੇ ਨੇ ਤੇ ਪੈਸੇ ਦੇ ਕੇ ਵੀ ਅਰਦਾਸ ਹੁੰਦੀ ਹੈ। ਉਹਦੇ ਵਿੱਚ ਫਿਰ ਨਾਮ ਦਾ ਰਸ ਕੀ ਆਉਣਾ ਜਦ ਆਪ ਕੁਛ ਕੀਤਾ ਹੀ ਨਹੀਂ। ਪਹਿਲੀ ਗੱਲ ਤਾਂ ਸਿਮਰਨ ਨਹੀਂ ਕਰਦੇ। ਮੈਂ ਵੇਖਿਆ ਵੀ 2-2.5 ਘੰਟੇ ਸਿਮਰਨ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਬਾਅਦ ਜੇ ਤੁਸੀਂ ਰੌਲ ਲਾਓਗੇ, ਨਿਤਨੇਮ ਕਰੋਗੇ, ਉਹਦਾ ਆਨੰਦ ਕੁਝ ਵੱਖਰਾ ਹੋਊਗਾ। ਜੇ ਭੱਜੋ ਭਜਈਏ ਦੇ ਚੱਕਰ ਵਿੱਚ ਥੱਕੇ ਟੁੱਟੇ ਭੱਜੇ ਭੱਜੇ ਆ ਕੇ ਬੈਠ ਜਾਓਗੇ ਤੇ ਆ ਕਥਾ ਹੀ ਹੈ, ਕੀਰਤਨ ਹੀ ਹੈ। ਜੇ 10-20 ਮਿੰਟ ਸੰਗਤ 'ਚ ਬੈਠ ਕੇ ਜਾਂ ਕੁਛ ਆਪ ਦਾ ਮਨ ਵਾਹਿਗੁਰੂ ਵਾਹਿਗੁਰੂ 'ਚ ਟਿਕਾ ਕੇ ਬੈਠਾਂਗੇ, ਫਿਰ ਤਾਂ ਗੱਲ ਕੁਛ ਹੋਰ ਹੋਏਗੀ। ਤੇ ਜੇ ਭੱਜੋ ਭਜਈਏ ਦੇ ਚੱਕਰ ਕਾਹਲ ਕਾਹਲ ਆ ਕੇ ਬਹਿ ਜਾਵਾਂਗੇ, ਫਿਰ ਮਾਨਸਿਕ ਸਥਿਤੀ ਕੁਝ ਹੋਰ ਹੋਵੇਗੀ। ਸੋ ਸਿਮਰਨ ਨਹੀਂ ਕਰਦੇ, ਪਹਿਲੀ ਗੱਲ ਇਹ ਹੈ। ਜੇ ਕਰਦੇ ਹਾਂ ਤਾਂ ਬਹੁਤ ਥੋੜਾ ਕਰਦੇ ਹਾਂ। ਕੇਵਲ ਨਿਤਨੇਮ ਦੀਆਂ 5 ਬਾਣੀਆਂ ਪੜ੍ਹ ਲਈਆਂ ਤੇ ਫਿਰ ਵਿਹਲੇ। ਤੂੰ ਕੌਣ ਦੇ ਮੈਂ ਕੌਣ, ਗੁਟਕੇ ਦਾ ਪਤਾ ਹੀ ਨਹੀਂ, ਸਿਰਹਾਣੇ ਤੇ ਪਿਆ ਹੈ, ਉੱਚੀ ਜਗ੍ਹਾ ਤੇ ਰੱਖਿਆ ਵੀ ਹੈ ਕਿ ਨਹੀਂ ਰੱਖਿਆ, ਉਹਦੇ ਨਾਲ ਰੁਮਾਲਾ ਲੱਗਾ ਵੀ ਹੈ ਕਿ ਨਹੀਂ ਲੱਗਾ। ਹੁਣ ਕੱਲ੍ਹ ਨੂੰ ਵੇਖਾਂਗੇ ਜਦੋਂ 5 ਬਾਣੀਆਂ ਦਾ ਟਾਈਮ ਆਊਗਾ। ਇੰਨਾ ਟਾਈਮ ਵੀ ਨਹੀਂ ਹੈ ਗੁਟਕੇ ਨੂੰ ਸਵਾਰ ਕੇ ਰੱਖਣ ਦਾ।
ਆਪਾਂ ਸਮਝਦੇ ਹਾਂ ਵੀ ਸਿਰੋਂ ਭਾਰ ਲੈ ਗਿਆ, 5 ਬਾਣੀਆਂ ਪੜ੍ਹ ਲਈਆਂ ਬਸ ਪੰਡ ਉਤਰ ਗਈ, ਵਿਹਲੇ, ਜਿੱਥੇ ਮਰਜ਼ੀ ਸੌਂ ਬੈਠੋ ਖਾਓ ਪੀਓ। ਦੁਕਾਨਦਾਰ ਸਮਝਦੇ ਨੇ ਵੀ ਮਾੜੀ ਜੀ ਧੂਪ ਦਿਖਾਈ, ਉਹ ਹਨੂਮਾਨ ਜਾਂ ਦੇਵੀ ਅੱਗੇ ਜੋਤ ਜਗਾਈ, ਹੱਥ ਜੋੜੇ ਸਿਰੇ ਤੇ ਰੁਮਾਲ ਰੱਖ ਕੇ ਰਾਮ ਰਾਮ ਕੀਤਾ, 2-4 ਮਿੰਟ ਅੱਖਾਂ ਬੰਦ ਕੀਤੀਆਂ ਤੇ ਚਲੋ ਮੇਰੇ ਭਾਈ, ਸਾਰੀ ਦਿਹਾੜੀ ਮੁੜ ਕੇ ਝੂਠ ਵੱਟੀ ਜਾਓ, ਦੁਨੀਆ ਲੁੱਟੀ ਜਾਓ। ਬਸ ਇੰਨਾ ਕੁ ਕੰਮ ਸੀ ਧਰਮ ਦਾ। ਆ ਬੱਸਾਂ ਗੱਡੀਆਂ ਵਾਲੇ ਇੱਕ ਗਾਣਾ ਧਾਰਮਿਕ ਲਾ ਦਿੰਦੇ ਨੇ, ਮੁੜ ਕੇ ਫਿਰ ਖੱਚ ਖਾਨਾ, ਕੰਮ ਹੋ ਗਿਆ। ਸ਼ਾਮਾਂ ਨੂੰ ਫਿਰ ਰਹਿ ਰਸ ਪੜੋ, 2 ਮਿੰਟ ਦਾ ਕੀਰਤਨ ਸੋਲਾ ਪੜੋ ਤੇ ਚਲੋ ਮੇਰੇ ਭਾਈ, ਇੰਨਾ ਕੁ ਕੰਮ ਕਰਦੇ ਹਾਂ। ਕਿਉਂਕਿ ਸਾਡੇ ਕੋਲ ਵੇਲ ਹੀ ਨਹੀਂ ਹੈ, ਨੱਠ ਭੱਜ ਦੇ ਵਿੱਚ ਹੀ ਸਾਰਾ ਕੰਮ ਮੁਕਾਉਂਦੇ ਆ। ਜਿਵੇਂ ਕੋਈ ਕੰਮ ਨਿਬੇੜਦਾ ਹੈ, ਇਸ ਤਰ੍ਹਾਂ ਅਸੀਂ ਕੰਮ ਨਿਬੇੜਦੇ ਹਾਂ, ਰਸ ਨਹੀਂ ਲੈਂਦੇ। ਫਿਰ ਕਹਿੰਦੇ ਮਨ ਨਹੀਂ ਟਿਕਦਾ। ਵੱਧ ਤੋਂ ਵੱਧ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਪੜ੍ਹ ਲਿਆ ਜਾਂ ਆਸਾ ਦੀ ਵਾਰ ਕਰ ਲਈ, ਬਸ ਫਿਰ ਸਮਾਪਤੀ। ਜੋ ਅਸੀਂ ਖੁਦ ਪ੍ਰਚਾਰਕ ਹਾਂ, ਕਾਲਜਾਂ ਵਿੱਚੋਂ ਪੜ੍ਹ ਕੇ, ਕਿਤਾਬਾਂ ਪੜ੍ਹ ਕੇ ਤਾਂ ਬਣ ਗਏ, ਸਰਟੀਫਿਕੇਟ ਮਿਲ ਗਿਆ, ਜਿਸ ਨਾਲ ਅਸੀਂ ਪ੍ਰੋਫੈਸਰ ਕਮਾਉਣ ਲੱਗ ਪਏ, ਬੁੱਧੀਜੀਵੀ ਨਾਮ ਰਖਾ ਲਿਆ। ਵਿਦਵਾਨ ਆਦਿਕ ਤਾਂ ਨਿਤਨੇਮ ਵੀ ਨਹੀਂ ਕਰਦੇ। ਆ ਜਿੰਨੇ ਢਾਡੀ ਨੇ, ਕਵੀਸ਼ਰ ਨੇ, ਸਾਡੀ ਕੈਟਾਗਰੀ ਹੈ। ਆਮ ਦੁਨੀਆ ਦਾ ਆਪਦੇ ਕੰਮ ਵਿੱਚੋਂ ਵੇਲ ਕੱਢ ਕੇ ਨਿਤਨੇਮ ਘਰ ਵਿੱਚ ਬੈਠ ਕੇ ਨਿਤਨੇਮ ਕਰਦੀ ਦਿਖੂੰਗੀ, ਪਰ ਜਿਹੜੇ ਸਾਡੇ ਵਰਗਿਆਂ ਨੇ ਚਿੱਟੀਆਂ ਪੱਗਾਂ ਬੰਨੀਆਂ, ਚਿੱਟੇ ਚੋਲੇ ਉੱਪਰ ਦੀ ਗਾਤਰੀ ਪਾਏ, ਕਿਤੇ ਵੇਖ ਲਿਓ ਗੁਟਕਾ ਫੜ ਕੇ, ਕਿਤੇ ਗੁਰਦੁਆਰੇ ਬਹਿ ਕੇ ਨਿਤਨੇਮ ਕੋਈ ਨਹੀਂ ਕਰੂੰਗਾ। ਰਾਗੀ ਸਿੰਘਾਂ ਦੇ ਮਗਰ ਬੈਠੇ ਆਮ ਸੰਗਤ ਆਨੰਦ ਲੈਂਦੀ ਹੋਊਗੀ, ਪਰ ਜਿਹੜੇ ਪ੍ਰਬੰਧਕ ਹੋਣਗੇ ਜਾਂ ਸਟਾਫ ਮੈਂਬਰ ਹੋਣਗੇ ਉਹ ਕਿਤੇ ਹਾਜ਼ਰੀ ਨਹੀਂ ਭਰਨਗੇ। ਕਿਉਂਕਿ ਸਾਡੇ ਮਨ 'ਚ ਆ ਜਾਂਦਾ ਵੀ ਆਪਾਂ ਤਾਂ ਤਰੇ ਹੀ ਹੋਏ ਹਾਂ, ਜਾਂ ਸਾਨੂੰ ਤਾਂ ਸਭ ਕੁਝ ਆਉਂਦਾ ਹੀ ਹੈ, ਅਸੀਂ ਤਾਂ ਸਟਾਫ ਦੇ ਹੀ ਹਾਂ, ਮਤਲਬ ਸਾਨੂੰ ਨਹੀਂ ਲੋੜ ਇੱਥੇ ਬੈਠਣ ਦੀ, ਇਹ ਤਾਂ ਦੁਨੀਆ ਵਾਸਤੇ ਹੈ। ਨਿਤਨੇਮ ਹੀ ਨਹੀਂ ਕਰਦੇ। ਤੇ ਸਗੋਂ ਜਿਹੜੇ ਕਾਲਜੀਏਟ ਪ੍ਰੋਫੈਸਰ ਨੇ ਜਾਂ ਵਿਦਵਾਨ ਨੇ, ਉਹ ਇਸ ਗੱਲ ਦਾ ਖੰਡਨ ਵੀ ਕਰ ਦਿੰਦੇ, ਮਤਲਬ ਆਪ ਤਾਂ ਨਹੀਂ ਕਰਨਾ, ਉਹ ਤਾਂ ਕਮਜ਼ੋਰੀ ਹੈ। ਦੂਸਰੇ ਨੂੰ ਕਹਿੰਦੇ ਨੇ ਜੀ ਇਹ ਤਾਂ ਤੋਤੇ ਵਾਲੀ ਰੱਟ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ, ਗਿਆਨੀ ਨਾਹਰ ਸਿੰਘ ਨੇ ਸਪੀਚ ਦੇ ਵਿੱਚ, ਮੈਂ ਸਪੀਚ ਸੁਣੀ, ਉਹਨਾਂ ਦੱਸਿਆ ਕਿ ਜਦ ਮੈਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਪਟਿਆਲੇ ਹੈੱਡ ਗ੍ਰੰਥੀ ਸੀਗਾ, ਤੇ ਪਦਮ ਸਾਹਿਬ ਜੀ ਮੈਨੂੰ ਆ ਕੇ ਕਹਿਣ ਲੱਗੇ, ਕਹਿੰਦੇ ਵੀ ਪਾਠ ਕਰਨ ਦਾ ਕੀ ਫਾਇਦਾ ਜੀ, ਤੁਸੀਂ ਬਾਰ-ਬਾਰ ਕਹਿੰਦੇ ਹੋ ਪਾਠ ਕਰੋ ਪਾਠ ਕਰੋ, ਇੰਨੇ ਜਪਜੀ ਸਾਹਿਬ ਦੇ ਪਾਠ ਕਰੋ, ਇੰਨੇ ਸੁਖਮਨੀ ਸਾਹਿਬ ਦੇ ਕਰੋ। ਬਾਣੀ ਤਾਂ ਕਹਿੰਦੀ ਹੈ ਜੀਵਨ ਜਾਚ ਸਿੱਖੋ, ਜੀਵਨ ਜਾਚ ਸਿੱਖਣੀ ਚਾਹੀਦੀ ਹੈ। ਇਹ 'ਚ ਤਾਂ ਗਾਈਡੈਂਸ ਲੈ, ਹਦਾਇਤਾਂ ਨੇ ਆਪਦਾ ਜੀਵਨ ਉੱਚਾ ਕਰਨ ਬਾਰੇ, ਸਿੱਖਿਆਵਾਂ ਨੇ, ਤੇ ਉਹਨਾਂ ਨੂੰ ਬਾਰ-ਬਾਰ ਪੜ੍ਹਨ ਦਾ ਬੜਾ ਕੀ ਮਤਲਬ ਹੋਇਆ। ਉਹ ਤੋਂ ਸਿੱਖਿਆ ਲਓ, ਆਪਦਾ ਜੀਵਨ ਉੱਚਾ ਕਰੋ, ਬਣਾਓ। ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਰ, ਕਿਸੇ ਨਾਨਕਸਰ ਦੇ ਗਿਆਨੀ ਸਿੰਘ ਨੇ ਇੰਨਾ ਹੀ ਬੋਲਿਆ ਵੀ ਸ੍ਰੀ ਜਪਜੀ ਸਾਹਿਬ ਦੇ ਪਾਠ ਕਰਨ ਦਾ ਲਾਭ ਹੈ, ਮਹਾਂਪੁਰਖਾਂ ਨੇ ਦੱਸਿਆ। ਉਹਦੀ ਇੰਨੀ ਵੱਡੀ ਗੱਲ ਬਣਾਤੀ, ਸਿੰਘ ਸਾਹਿਬ ਤੱਕ ਫੋਨ ਚਲੇ ਗਏ ਕਿ ਤੁਸੀਂ ਬਾਬਿਆਂ ਨੂੰ ਕਿਉਂ ਕਥਾ ਦੇ ਲਾਉਂਦੇ ਹੋ। ਮੈਂ ਕਈ ਵਾਰ ਫੋਨ ਕੀਤਾ, ਕਹਿੰਦੇ ਵੀ ਆਹ ਚੱਕਰ ਚੱਲ ਪਿਆ। ਮਤਲਬ ਉਹਨਾਂ ਸਟੇਜਾਂ 'ਤੇ ਜਿਨ੍ਹਾਂ ਦੀ ਮਿਸ਼ਨਰੀ ਦਾ ਪ੍ਰਭਾਵ ਹੈ, ਅਸੀਂ ਕਥਾ ਦੇ ਵਿੱਚ ਇਹ ਵੀ ਨਹੀਂ ਬੋਲ ਸਕਦੇ ਵੀ ਜਪਜੀ ਸਾਹਿਬ ਦੇ ਪਾਠ ਕਰੋ ਜੀ, ਸੁਖਮਨੀ ਸਾਹਿਬ ਦੇ ਪਾਠ ਹੈ, ਗੁਰਬਾਣੀ ਦਾ ਨਿਤਨੇਮ ਹੀ। ਉਹ ਕਹਿੰਦੇ ਆਖੇ ਜੀ ਇਹਦਾ ਤੋਤੇ ਵਾਲੀ ਰੱਟ ਹੈ ਜੀ, ਸਿਮਰਨ ਦਾ ਭਲਾ ਕੀ ਮਤਲਬ ਹੋਇਆ। ਬਾਣੀ ਤਾਂ ਜੀਵਨ ਜਾਚ ਸਿਖਾਉਂਦੀ ਹੈ। ਹੈਰਾਨੀ ਦੀ ਗੱਲ ਹੈ, ਪਹਿਲਾਂ ਰਾਧਾ ਸੁਆਮੀ ਜਾਂ ਸਰਸੇ ਵਾਲੇ ਜਾਂ ਹੋਰ ਜਿਹੜੇ ਦੇਹਧਾਰੀ ਗੁਰੂ ਹੋਏ, ਉਹ ਕਹਿੰਦੇ ਹੁੰਦੇ ਸੀ ਵੀ ਬਾਣੀ ਪੜ੍ਹਨ ਦਾ ਕੋਈ ਲਾਭ, ਬਾਰ-ਬਾਰ ਦਾ ਇਸ ਤਰ੍ਹਾਂ ਕਰਨ ਦਾ ਕੋਈ ਫਾਇਦਾ ਨਹੀਂ। ਪਾਠ ਪੂਜਾ ਤੁਸੀਂ ਸਾਡੇ ਕੋਲੋਂ ਆਓ, ਅਸੀਂ ਤੁਹਾਨੂੰ ਨਾਮ ਦਿੰਦੇ, ਮਾਲਾ ਦਿੰਦੇ, ਤੁਸੀਂ ਸਾਡਾ ਨਾਮ ਜਪੋ ਜਿਹੜਾ ਸਾਡੇ ਵੱਲੋਂ ਦਿੱਤਾ ਹੋਇਆ।
ਤੇ ਅਸੀਂ ਖੁਦ ਆਪ ਹੀ ਇਹੀ ਗੱਲਾਂ ਕਰਨ ਲੱਗ ਪਏ ਵੀ ਸਾਡੇ 'ਚ ਦੋਨਾਂ 'ਚ ਫਰਕ ਕੀ ਰਹਿ ਗਿਆ। ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ। ਬਾਣੀ ਤੋਂ ਤਾਂ ਪਹਿਲਾਂ ਹੀ ਟੁੱਟੇ ਹੋਏ ਆ। ਦੱਸੋ ਕੋਈ ਵੱਡਿਆਂ ਰੂਹ ਵੀ ਕਰਦਾ ਬਾਣੀ ਪੜ੍ਹਨ ਨੂੰ, ਸਾਡਾ ਆਪ ਦਾ ਨਹੀਂ ਕਰਦਾ। ਮਾਰੀ ਛਾਲ ਤੇ ਚਲੋ ਮੇਰੇ ਭਾਈ, ਆਪਦੀ ਡਿਊਟੀ ਕਰੋ। ਨਿਤਨੇਮ ਦਾ ਮਤਲਬ ਹੀ ਕੋਈ ਨਹੀਂ। ਤੈਨੂੰ ਮਰਜ਼ੀ ਪੁੱਛ ਕੇ ਵੇਖ ਲਓ ਤੂੰ ਨਿਤਨੇਮ ਕੀਤਾ ਨਹੀਂ। ਤੇ ਇਸ ਵਾਸਤੇ ਜੀ ਤਾਂ ਪਹਿਲਾਂ ਹੀ ਨਹੀਂ ਕਰ ਰਿਹਾ। ਸਾਡੇ ਨਿਆਣੇ ਵੇਖੋ, ਇਹਨਾਂ ਨੂੰ ਪੁੱਛ ਕੇ ਵੇਖ ਲਓ, ਕਿਸੇ ਨੂੰ ਜਪਜੀ ਸਾਹਿਬ ਦੀਆਂ 5 ਪੌੜੀਆਂ ਆਉਂਦੀਆਂ, ਜੀ ਤਾਂ ਪਹਿਲਾਂ ਹੀ, ਦੁਨੀਆ ਦਾ ਪਹਿਲਾਂ ਹੀ ਬਾਣੀ ਤੋਂ ਦੂਰ ਹੈ। ਫਿਰ ਉਹਨਾਂ ਹੀ ਸਟੇਜਾਂ ਤੇ ਜਿੱਥੋਂ ਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ, ਜੇ ਆਪਾਂ ਬਾਣੀ ਦੀ ਵਿਰੋਧਤਾ ਵਿੱਚ ਬਾਤਾਂ ਮਾਰਾਂਗੇ ਫਿਰ ਗੁਰਸਿੱਖੀ ਕਾਹਦੀ ਹੋਈ ਭਾਈ। ਪੁਰਾਤਨ ਗੁਰਸਿੱਖ ਵੱਡੀਆਂ 5 ਬਾਣੀਆਂ, ਜਪਜੀ ਸਾਹਿਬ, ਸੁਖਮਨੀ ਸਾਹਿਬ, ਆਸਾ ਦੀ ਵਾਰ, ਸ੍ਰੀ ਸੁਖਮਨਾ ਸਾਹਿਬ, ਦੱਖਣੀ ਓੰਕਾਰ, ਸਿੱਧ ਗੋਸ਼ਟ, ਬਾਮਨ ਅਖਰੀ ਆਦਿਕ ਪਾਠ ਪੜ੍ਹਿਆ ਕਰਦੇ। ਅੱਜ ਸਾਡੇ ਵਿੱਚ ਇਹ ਬਹੁਤ ਵੱਡੀ ਘਾਟ ਆ ਗਈ ਹੈ। ਅਸੀਂ ਇਸ ਨੂੰ ਤੋਤੇ ਵਾਲੀ ਰੱਟ ਬੋਲਦੇ ਹਾਂ। ਅੱਜ ਕੱਲ੍ਹ ਦੇ ਟਕਸਾਲੀ ਕਥਾਵਾਚਕ ਵੀ ਨਿਤਨੇਮ ਕਰ ਲੈਂਦੇ ਨੇ, ਕਿਉਂਕਿ ਜਦ ਅਸੀਂ ਪੰਜਾਂ ਪਿਆਰਿਆਂ ਸੇਵਾ ਕਰਨੀ ਹੁੰਦੀ ਆ, ਸਾਨੂੰ ਪੁੱਛਿਆ ਜਾਂਦਾ ਕਿ ਸਿੰਘ ਜੀ ਤੁਸੀਂ 5 ਪਿਆਰਿਆਂ ਦੀ ਸੇਵਾ ਵਿੱਚ ਲੱਗਣ ਲੱਗੇ ਹੋ, ਕੀ ਤੁਸੀਂ 5 ਬਾਣੀਆਂ ਡੇਲੀ ਪੜ੍ਹਦੇ ਹੋ? ਆਪਾਂ ਕਹਿੰਦੇ ਹਾਂ ਜੀ। ਪੜ੍ਹਨੀਆਂ ਤਾਂ ਪੈਂਦੀਆਂ ਹੀ ਨੇ, ਪਰ ਉਹ ਖਿੱਚ ਧੂ ਕੇ ਹੀ ਪੂਰੀਆਂ ਕਰਦੇ ਆ, ਮਨ ਟਿਕਾ ਕੇ ਨਹੀਂ। ਫਿਰ ਵਾਹਿਗੁਰੂ ਨਾਮ ਦਾ ਸਿਮਰਨ ਬਿਲਕੁਲ ਮਾਈਨਸ। ਫਿਰ ਹੰਕਾਰ ਕਰਦੇ ਹਾਂ ਵੀ ਆਪਾਂ ਸਿੰਘ ਸਾਹਿਬ ਆ ਜਾਂ ਆਪਾਂ ਟਕਸਾਲੀ ਹਾਂ। ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੇ ਸ੍ਰੀ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਕਥਾਵਾਚਕ ਗਿਆਨੀ ਦਲੀਪ ਸਿੰਘ ਜੀ ਹੁੰਦੇ ਸੀਗੇ। ਮੈਂ ਸਟੇਜ ਤੋਂ ਉਹਨਾਂ ਦੀ ਕਥਾ ਨਹੀਂ ਸੁਣੀ, ਰਿਕਾਰਡਿੰਗ ਸੁਣੀ ਹੈ। ਤੇ ਉਹਨਾਂ ਵੱਲੋਂ ਬੇਨਤੀ ਹੋਈ, ਉਹਨਾਂ ਨੇ ਕਿਹਾ ਕਿ ਮਹਾਂਪੁਰਖੋ ਕਥਾ ਤਾਂ ਮੈਂ ਕਰਦਾ ਹਾਂ, ਮੇਰੀ ਡਿਊਟੀ ਤਾਂ ਤੁਸੀਂ ਲਵਾਤੀ ਸ਼੍ਰੋਮਣੀ ਕਮੇਟੀ 'ਚ, ਪਰ ਸੁਣ ਕੇ ਕੋਈ ਰਾਜੀ ਨਹੀਂ ਆ। ਕਹਿੰਦੇ ਕਿਉਂ ਸੁਣਦਾ ਕਿਉਂ ਨਹੀਂ ਕੋਈ? ਕਹਿੰਦੇ ਮੇਰੀ ਬੋਲ ਬਾਣੀ 'ਚ ਹੀ ਰਸ ਨਹੀਂ ਹੈ। ਕਹਿੰਦੇ ਫਿਰ ਰਸ ਕਿਵੇਂ ਭਰੂਗਾ ਤੂੰ? ਫਿਰ ਆਪ ਦਾ ਨਿਤਨੇਮ ਦਾ ਇੰਜ ਕਰ, 1.25 ਲੱਖ ਮੂਲ ਮੰਤਰ ਦਾ ਜਾਪ ਕਰ, ਫਿਰ ਤੇਰੀ ਰਸਨਾ 'ਚ ਰਸ ਭਰੇਗਾ। ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਪਟਨਾ ਸਾਹਿਬ, ਸ੍ਰੀ ਹਰਮੰਦਰ ਜੀ, ਤਖਤ ਸਾਹਿਬ ਦੇ ਸਿੰਘ ਸਾਹਿਬ, ਜਦ ਇਹ ਕਥਾ ਕਰਦੇ ਮੈਂ ਇਹਨਾਂ ਦੇ ਮੂੰਹ ਵਾਲੀ ਵੇਖੀ ਜਾਂਦਾ, ਇੰਨਾ ਮਿੱਠਾ ਬੋਲਦੇ, ਜਿਸ ਤਰ੍ਹਾਂ ਛੋਟਾ ਜਿਹਾ ਬੱਚਾ 5 ਸਾਲ ਦਾ, 6 ਸਾਲ ਦਾ, 8 ਸਾਲ ਦਾ, 10 ਸਾਲ ਦਾ। ਤੁਸੀਂ ਉਹਨੂੰ ਬਾਰ-ਬਾਰ ਬੁਲਾਓਗੇ। ਕਿਉਂ ਬੁਲਾਓਗੇ? ਕਿਉਂਕਿ ਉਹਦੀ ਬੋਲ ਬਾਣੀ ਬੜੀ ਮਿੱਠੀ ਲੱਗੂਗੀ ਤੁਹਾਨੂੰ, ਬਹੁਤ ਸੋਹਣਾ ਬੋਲੇਗਾ। ਜਦ ਵੀ ਸਿੰਘ ਸਾਹਿਬ ਪ੍ਰਚਾਰ ਕਰਦੇ, ਸਭ ਤੋਂ ਪਹਿਲਾਂ ਤਖਤ ਸਾਹਿਬ ਤੇ ਜਦ ਮੈਂ ਗਿਆ ਤੇ ਉਹ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ, ਸ਼ਸਤਰ ਦਿਖਾ ਰਹੇ ਸੀ, ਪਰ ਮਹਾਰਾਜ ਦਾ ਗੁਲੇਲਾ ਮੈਨੂੰ ਅਜੇ ਤੱਕ ਯਾਦ ਹੈ। ਬੜੇ ਪਿਆਰ ਤੇ ਮਿਠਾਸ ਭਰੀ ਆਵਾਜ਼, ਇਹ ਗੁਲੇਲਾ ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੈ। ਬੜੇ ਪਿਆਰ ਐ ਟਕਾ ਕੇ ਇਹਨਾਂ ਗੁਲੇਲਿਆਂ ਦੇ ਨਾਲ ਗੁਰੂ ਪਾਤਸ਼ਾਹ ਬੀਬੀਆਂ ਦੇ ਘੜੇ ਬੰਨਿਆ ਕਰਦੇ ਸਨ। ਪਰ ਬੀਬੀਆਂ ਨੇ ਗੁੱਸਾ ਕੀਤਾ, ਮਾਤਾ ਗੁਜਰੀ ਜੀ ਦੇ ਕੋਲ ਸ਼ਿਕਾਇਤ ਲਾਈ, ਆਖਿਆ ਮਾਤਾ ਜੀ ਸਾਹਿਬਜ਼ਾਦੇ ਨੂੰ ਰੋਕੋ, ਤੁਹਾਡਾ ਸਾਹਿਬਜ਼ਾਦਾ ਗੁਲੇਲੇ ਮਾਰ ਕੇ ਸਾਡੇ ਘੜੇ ਭੰਨ ਦਿੰਦਾ ਹੈ। ਤਾਂ ਮਾਤਾ ਜੀ ਨੇ ਗੁਰੂ ਸਾਹਿਬ ਜੀ ਨੂੰ ਝਿੜਕਣ ਦੀ ਬਜਾਏ ਆਖਿਆ, ਮੇਰੀ ਉਹ ਭੈਣੋ, ਐ ਬੀਬੀਓ, ਆਓ ਮੈਂ ਤੁਹਾਨੂੰ ਦੁੱਧ ਜਲ ਪਾਣੀ ਛਕਾਉਂਦੀ, ਬੈਠੋ। ਆ ਫੜੋ ਪਿੱਤਲ ਔਰ ਤਾਂਬੇ ਦੀਆਂ ਗਾਗਰਾਂ, ਤੁਸੀਂ ਘੜਿਆਂ ਨੂੰ ਰਹਿਣ ਦਿਓ, ਪਿੱਤਲ ਤੇ ਤਾਂਬੇ ਦੀਆਂ ਗਾਗਰਾਂ ਲੈ ਜਾਓ ਤੇ ਭੈਣ ਬਣ ਕੇ, ਬੱਚਾ ਮੇਰਾ ਛੋਟਾ ਗੁੱਸਾ ਨਾ ਕਰੋ, ਪਾਣੀ ਤੁਸੀਂ ਗਾਗਰਾਂ 'ਚ ਲੈ ਆਇਆ ਕਰੋ। ਜਦ ਗੁਰੂ ਸਾਹਿਬ ਜੀ ਜਾਣ ਲੱਗੇ
अगले दिन गुलेला पकड़िया तो माता गुजरी जी कहन लगी, साहिबजादा जी आ फड़ो तीर ते आ फड़ो कमान, अज गुलेले ना काम नहीं बनेगा, तीर दा निशाना लाना पएगा। आ तीर श्री गुरु गोबिंद राय साहिब जी का है, जो साहिबे कमाल करीब 5 साल की अवस्था उम्र दे विच चला करके ते बीबियां दे तांबे ते पित्तल दीयां गागरां नूं मिन्नियां करदे सन। इन्ने प्यार नाल साखी सुणाउंदे, दिल खिंचिया जांदा। आ हुणे इत्थे कोई महापुरख चढ़ाई कर गए, उन्हां दे रसना तो मैं सुनिया भी जिस वक्त कथा सीख ली ते मैनू वो जिहड़े महापुरख चढ़ाई कर गए कहंदे वो मेरे उस्ताद सन। घड़ूएं दे सामने नगर है, वो मैनू विसर जांदा, सस्से नाल है, सवाड़ा तो नहीं, सस्से नाल ही है, खरड़ दे नाल ही। उत्थों दे महापुरख कहंदे मेरे विद्या दाते ने जिहड़े चढ़ाई कर गए, कहंदे इन्हां कथा सिखा के मैनू आखिया कि ज्ञानी जी 1.25 लाख मूल मंत्र का पाठ करो। कहंदे मैं तो करना ही सी, मेरी घरवाली ने भी कीता, 2.5 लाख हो गया, 1.25 लाख फिर किया। फिर कहते कि होर करना चाहिए। इस तरह बड़ा उन्होंने आप के बारे दसिया। फिर कहते घर फोन आया, तख्त साहिब की सेवा मिली, रहो विचार। ये महापुरखों का सुभाव सीगा। जिन्हों कथा सिखाल दे कहते कि 1.25 लाख मूल मंत्र का पाठ करया कर, यानी कि जिन्ना गाइडेंस देनी है, साडे आगू ने, साडे मोहतबार ने, साडे सिक्ख्या दाते ने, बच्चियां नूं पढ़ाउण वाले ने, ते उन्हां लोकां दा नितनेम साथों वध होना चाहिए है आम संगत दे नालों, तां ही साडे बच्चों दे प्रभाव पाऊगा। ते जे वो खुद आप ही इहो जिहियां गल्लां करन तां दसो पंथ किहड़े पासे जाऊंगा। यो महापुरख हरेक कथा वाचक ने समझाते कि घट तो घट पहले 1 साल सिमरन का रस लो और फिर कथा शुरू करो। सगुआ के राम जपो जी ऐसे ऐसे, ध्रुव प्रहलाद जपियो हर जैसे। ध्रुव ने ते प्रहलाद ने 5 ਅਤੇ 7 साल की छोटी जी अवस्था दे विच ही सिमरन करके परमात्मा नूं पाया। कितना चंगा हुए पढ़ाई के दौरान ही बच्चे सिमरन शुरू कर देन। आ छुट्टियां ने, एक समर दियां एक विंटर दियां होंदियां, आ गर्मियां दियां छुट्टियां जा रही 2-2.5 महीने पाठी ਸਿੰਘਾਂ ਨੂੰ भी पाठ बाहर नहीं आते। बंदा वेला जा महसूस करता, असीं ड्यूटियां तो लभदे हां कि आपां वेले हां, पर सिमरन वाले पासे साडा ध्यान नहीं। कितना चंगा होए कि आपां चलीसा कड्ढीए। 8 घंटे के हिसाब नाल दिहाड़ी बनती है, जिस तरह मजदूर दिहाड़ी लाउंदा। आपां रब दे घर लेखा पाईए दिहाड़ी, रब घालिया किसी का एक तिल ना गवाई, आप दा खजाना आप दी कमाई, पर लोक वाली इकत्तर करिए, पर नहीं, साडी सोच इस पासे दी नहीं है। महापुरख ਗਿਆਨੀ ਦਲੀਪ ਸਿੰਘ ਨੂੰ आग्ञा की भी तुहाडी रसना तां रस वाली होएगी। उन्हें 1.25 लाख का पाठ किया मूल मंत्र का, फिर कथा विच रस भरिया। तो इस वास्ते उस्ताद ज्ञानी सुरजीत सिंह जी सोधी साहब जिन्हों तो असीं पढ़े हैं, उन्हों की आप दी अवस्था इस तरह की सीगी। जब नानक प्रकाश पढ़ाउंदे हुंदे सन तो रोई जाते, पढ़ाउंदियां होइयां रोई जाना। महापुरख उन्हों का नाम ही बैरागी जी रखिया हुआ सीगा। जब संध्या कराउणी तो किसी को कोई मंदा नहीं, कोई उच्ची जो क्रोध वाला बोल नहीं, आपदा चुप करके सिमरन का रस लई जाना। जिथे गलती उत्थे दस देना। उन्हों की भी ये विचार है कि कथा करने वाले के मन में कभी ये नहीं होना चाहिए कि मैं सुनने वाले बहुत बड़ा विद्वान या कलाकार जापा। स्टेज उपर कलाकारी नहीं मारनी गुरु ग्रंथ साहिब की हजूरी आपदे घर जो मर्जी करो। इत्थे तां रस की भावना होनी चाहिए है, सफलता की भावना होनी चाहिए। सगों खुद आप सिमरन भजन की कमाई करके पढ़ के विचार के समझ के बोले ताकि सुनने वाला भी सिमरन वाल प्रेरित होवे।
ਅਸਲੀ ਕਥਾ ਦਾ ਰਸ ਤਾਂ ਉਹ ਕਹਿੰਦੇ ਹੁੰਦੇ ਉਦੋਂ ਹੀ ਆਉਂਦਾ ਜਦ ਬਾਣੀ ਰਾਹ ਦੇਵੇ। ਪੜ੍ਹਨ ਪੜ੍ਹਾਉਣ ਦਾ ਵੀ ਚੱਕਰ ਨਹੀਂ ਹੈ। ਪੜ੍ਹਨਾ ਜ਼ਰੂਰੀ ਤਾਂ ਹੈ, ਪੜ੍ਹੀ ਦਾ ਵੀ ਹੈ, ਪਕਾਈ ਦਾ ਵੀ ਹੈ, ਤਿਆਰੀ ਵੀ ਕਰੀਦੀ ਹੈ, ਪਰ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਜਿੰਨਾ ਗੁਰੂ ਗ੍ਰੰਥ ਸਾਹਿਬ ਜਿੰਨਾ ਚਿਰ ਉਹਨਾਂ ਦੀ ਬਾਣੀ ਰਾਹ ਨਾ ਦੇਵੇ ਉਹਨਾਂ ਚਿਰ ਗੱਲ ਨਹੀਂ ਬਣਦੀ। ਨਿਰਾਪੜਾ ਪੜ੍ਹ ਲਿਖ ਕੇ ਵਿਦਵਾਨ ਬਣ ਕੇ ਜ਼ਬਾਨੀ ਯਾਦ ਕਰਕੇ ਸੁਣਾਇਆ ਤਾਂ ਜਾ ਸਕਦਾ, ਪਰ ਸਿਮਰਨ ਤੋਂ ਬਗੈਰ ਸਤਿਗੁਰੂ ਜੀ ਦੇ ਪਾਸੋਂ ਨਾਮ ਰਸ ਦੀ ਬਖਸ਼ਿਸ਼ ਪ੍ਰਾਪਤ ਨਹੀਂ ਹੋ ਸਕਦੀ। ਮਹਾਂਪੁਰਖਾਂ ਨੇ ਖਾਲਸਾ ਜੀਵਨ ਦੇ ਵਿੱਚ ਅਲੰਕਾਰ ਲਿਖੇ ਨੇ, ਜਿਹਦੇ ਵਿੱਚ ਇੱਕ ਕੀੜੀ ਦਾ ਅਲੰਕਾਰ ਹੈ, ਛੋਟੀ ਜਿਹੀ ਕੀੜੀ ਦਾ ਅਲੰਕਾਰ ਇੱਕ ਉਦਾਹਰਨ ਹੈ। ਇਹ ਗੱਲਾਂ ਸੱਚੀਆਂ ਤਾਂ ਨਹੀਂ, ਪਰ ਸਮਝਾਉਣ ਵਾਸਤੇ ਅਲੰਕਾਰ ਬਣਾਏ ਨੇ। ਇੱਕ ਕੀੜੀ, ਉਸ ਨੂੰ ਮਿਸ਼ਰੀ ਦਾ ਪਹਾੜ ਲੱਭਿਆ ਔਰ ਉਹਨੂੰ ਇੰਨੀ ਮਿਠਾਸ ਆਈ, ਉਹਦਾ ਦਿਲ ਹੀ ਨਾ ਕਰੇ ਛੱਡਣ ਨੂੰ। ਉਹਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਆਪਦੀਆਂ ਭੈਣਾਂ ਨੂੰ, ਆਪਦੀਆਂ ਨਾਲ ਦੀਆਂ ਦੂਸਰੀਆਂ ਕੀੜੀਆਂ ਨੂੰ ਵੀ ਲੈ ਕੇ ਆਵਾਂ। ਉਹ ਭੱਜੀ ਭੱਜੀ ਆਈ, ਆਖਿਆ ਭੈਣੋ, ਐ ਮੇਰੀ ਉਹ ਭੈਣੋ, ਆਓ ਮੈਂ ਤੁਹਾਨੂੰ ਇਹੋ ਜਿਹੇ ਮਿਸ਼ਰੀ ਦੇ ਪਹਾੜ ਦੇ ਦਰਸ਼ਨ ਕਰਾਉਂਦੀ ਹਾਂ, ਸਾਨੂੰ ਕਿਤੇ ਵੀ ਭਟਕਣ ਦੀ ਲੋੜ ਨਹੀਂ ਪਏਗੀ, ਇੰਨਾ ਮਿੱਠਾ ਰਸ ਹੈ, ਉਹ ਮੈਂ ਤੁਹਾਨੂੰ ਲੈ ਕੇ ਜਾਵਾਂ। ਸਾਰੀਆਂ ਨੇ ਲੈਣ ਲਾ ਲਈ, ਇੱਕ ਦੇ ਮਗਰ ਮਗਰ ਦੂਜੀ ਤੀਜੀ। ਭਾਈ ਗੁਰਦਾਸ ਜੀ ਨੇ ਕੀੜੀਆਂ ਦੀ ਸਿਫਤ ਕੀਤੀ ਹੈ ਵੀ ਬੰਦੇ ਨਾਲੋਂ ਸਾਡੇ ਨਾਲੋਂ ਤਾਂ ਕੀੜੀ ਚੰਗੀ ਹੈ। ਮੇਰਾ ਮੂੰਹ ਸੱਜੇ ਪਾਸੇ ਹੈ, ਦੂਜੇ ਦਾ ਮੂੰਹ ਖੱਬੇ ਪਾਸੇ ਹੈ। ਪਤੀ ਪਤਨੀ ਖੁਰ ਘਰ ਦੇ ਵਿੱਚ ਇੱਕ ਦੂਜੇ ਨਾਲ ਸਹਿਮਤ ਨਹੀਂ। ਨੌ ਸੱਸ ਦੀ ਲੜਾਈ, ਪਤੀ ਪਤਨੀ ਦੀ ਲੜਾਈ, ਕੋਰਟ ਕਚਹਿਰੀਆਂ 'ਚ ਫੀਸਾਂ ਭਰੀ ਜਾਓ, ਆਪਦਾ ਜੀਵਨ ਦਿਮਾਗ ਖਰਾਬ ਕਰੀ ਜਾਓ। ਕੋਈ ਹੈ ਕੰਮ ਦੀ ਗੱਲ ਦੱਸੋ? ਕੀੜੀ ਹੀ ਚੰਗੀ ਹੈ ਜਿਹੜੀ ਇੱਕ ਦੇ ਮਗਰ ਦੂਜੀ, ਦੂਜੀ ਮਗਰ ਤੀਜੀ। ਕਿੰਨੀ ਵੇਖੋ ਲੈਣ ਆ ਕਬੂਤਰਾਂ ਦੀਆਂ ਡਾਰਾਂ, ਕਿੰਨੀ ਮੈਜੋਰਟੀ ਹੈ ਇਹਨਾਂ ਦੀ। ਅਸੀਂ ਸਿੱਖ ਖਵਾਉਣ ਵਾਲੇ ਇੱਕ ਦੂਜੇ ਨਾਲ ਮਿਲ ਕੇ ਨਹੀਂ ਬੈਠ ਸਕਦੇ। ਜੇ ਮੈਂ ਕੋਈ ਗੱਲ ਕਰੂੰਗਾ ਤੁਸੀਂ ਸਹਿਮਤ ਨਹੀਂ ਹੋਵੋਗੇ, ਤੁਸੀਂ ਕਰੋਗੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹੋਣਾ, ਫਿਰ ਆਪਾਂ ਇੱਕ ਦੂਜੇ ਨਾਲ ਝਗੜਨਾ। ਮੈਂ ਕਹਿਣਾ ਇੰਝ, ਤੁਸੀਂ ਕਹਿਣਾ ਉਂਝ। ਸਤਿਗੁਰੂ ਨੇ ਸਾਨੂੰ ਸਿਖਾ ਲਿਆ ਏਕ ਪਿਤਾ ਏਕ ਸਕੇ ਹਮ ਬਾਰਕ। ਰਸ ਕਿਉਂ ਨਹੀਂ ਆਉਂਦਾ? ਗੱਲ ਕਿਉਂ ਨਹੀਂ ਬਣਦੀ? ਇੰਨੇ ਅਖੰਡ ਪਾਠ ਹੋ ਰਹੇ ਨੇ, ਇੰਨੀਆਂ ਵੱਡੀਆਂ ਲੜੀਆਂ ਚੱਲ ਰਹੀਆਂ ਤੇ ਲੱਖਾਂ ਦਾ ਹੀ ਚੜ੍ਹਤ ਚੜਾਵਾ, ਇੰਨਾ ਕੁਛ ਲੰਗਰ ਪਾਣੀ ਸੇਵਾ ਕਿੰਨਾ ਕੁਛ ਹੈ, ਪਰ ਅਵਸਥਾ ਕਿਉਂ ਨਹੀਂ ਬਣੀ? ਰਸ ਕਿਉਂ ਨਹੀਂ ਆਇਆ? ਕਿੱਥੇ ਘਾਟ ਰਹਿ ਗਈ? ਘਾਟ ਇਸੇ ਗੱਲ ਦੀ ਹੈ, ਮਿਲਵੇ ਕੀ ਮਹਿਮਾ ਬਰ ਨਾ ਸਾਕੋ ਨਾਨਕ ਪਰੈ ਪਰੀਲਾ। ਈਰਖਾ ਨਹੀਂ ਗਈ, ਵੈਰ ਵਿਰੋਧ ਨਹੀਂ ਗਿਆ, ਗੁੱਸਾ ਨਹੀਂ ਗਿਆ। ਜੋ ਸਾਡੀ ਮਾਨਸਿਕ ਅਵਸਥਾ ਚੇਂਜ ਹੋਣੀ ਸੀ, ਉਹ ਆਪਾਂ ਬਾਣੀ ਪੜ੍ਹ ਕੇ ਸ਼ਾਂਤਮਈ ਅਵਸਥਾ ਪ੍ਰਾਪਤ ਕੀਤੀ ਹੋਈ ਨਹੀਂ, ਸ਼ਾਂਤੀ ਉਹ ਨਹੀਂ ਆਈ, ਭਟਕਣਾ ਹੀ ਨਹੀਂ ਮੁੱਕੀ, ਉੱਥੇ ਧੋਖਾ ਖਾ ਗਏ, ਮੈਜੋਰਟੀ ਦੇ ਵਿੱਚ ਨਹੀਂ ਰਹੇ, ਇੱਕ ਦੂਜੇ ਨਾਲ ਮਿਲ ਕੇ ਰਹਿਣ ਦੀ ਆਗਿਆ ਸੋ ਨਹੀਂ ਕੀਤਾ। ਪੁਰਾਣੇ ਸਿੰਘ ਤਾਈਓ ਚੜ੍ਹਦੀ ਕਲਾ ਵਿੱਚ ਸਨ ਕਿਉਂਕਿ ਉਹ ਇਕੱਠੇ ਰਹਿੰਦੇ ਸੀਗੇ। ਗੋਰਿਆਂ ਨੇ ਵੇਖਿਆ, ਉਹਨਾਂ ਨੇ ਸੋਚਿਆ ਵੀ ਇਹਨਾਂ ਦੀ ਮੈਜੋਰਟੀ ਤੋੜੋ, ਗੰਦੀ ਰਾਜਨੀਤੀ ਕੀਤੀ। ਅੱਜ ਤੱਕ ਇਸੇ ਤਰ੍ਹਾਂ ਚੱਲ ਰਹੀ ਹੈ, ਫੁੱਟ ਪਾਓ ਤੇ ਰਾਜ ਵਿਰੋਧੀ ਨੀਤੀ। ਸਾਨੂੰ ਪਤਾ ਨਹੀਂ ਲੱਗ ਰਿਹਾ, ਸਿੱਖ ਸਿੱਖ ਨਾਲ ਲੜ ਰਿਹਾ। ਗੁਰੂ ਸਾਹਿਬ ਕਿਰਪਾ ਕਰ। ਮਾਰੇ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਵੋ ਦਿਖਾਈ। ਇੱਕ ਸ਼ਹਿਦ ਦੀ ਮੱਖੀ ਕਿਤੇ ਲੜ ਜਾਏ ਸਹੀ, ਬੰਦੇ ਦੀ ਜਾਨ ਕੱਢ ਕੇ ਰੱਖ ਦਿੰਦੀ ਹੈ। ਬੁਖਾਰ ਵੀ ਚੜ ਜਾਂਦਾ। ਮੇਰੇ ਵਰਗੇ ਜਿਹੜੇ ਢਿੱਲੇ ਬੰਦੇ ਹੁੰਦੇ ਨੇ, ਉਹ ਝਾਟੀ ਤਾਪ ਚੜਾ ਲੈਂਦੇ ਵੀ ਹਾਏ ਮੱਖੀ ਲੜ ਗਈ, ਟੀਕਾ ਲਵਾਇਆ ਨਹੀਂ, ਕੀ ਕਰੀਏ। ਜਿੱਥੇ ਜ਼ਿਆਦੀਆਂ ਮੱਖੀਆਂ ਲੜ ਜਾਣ, ਆ ਭੂੰਡਾਂ ਦੀ ਖੱਖਰ, ਮੱਖੀਆਂ ਦਾ ਛੱਤਾ ਕਿਸੇ ਦੇ ਮਗਰ ਪੈ ਜਾਏ, ਤੁਸੀਂ ਦੱਸੋ ਵੀ ਬੰਦਾ ਛੱਡੂਗੇ? ਮੌਤ ਹੋ ਸਕਦੀ ਹੈ। ਪਰ ਉਹੀ ਮੱਖੀਆਂ ਜਦ ਇਕੱਤਰ ਹੋ ਕੇ ਮੈਜੋਰਟੀ ਬਣਾਉਂਦੀਆਂ ਨੇ, ਤੇ ਕੱਲੀ ਕੱਲੀ ਦਾ ਡੰਗ ਵੇਖੋ ਕਿੰਨਾ ਜ਼ਹਿਰੀਲਾ। ਜਦ ਇਕੱਠੀਆਂ ਹੋ ਕੇ ਫੁੱਲਾਂ 'ਤੇ ਬੈਠ ਕੇ ਰਸ ਚੂਸਦੀਆਂ ਨੇ, ਤੇ ਉਹ ਵੇਖੋ ਕਿੰਨਾ ਸੋਹਣਾ ਮਿੱਠਾ ਸ਼ਹਿਦ ਪੈਦਾ ਕਰ ਦਿੰਦੀਆਂ ਨੇ। ਇਉਂ ਭਾਵੇਂ ਸਾਡੇ ਚੌਗਨ ਨੇ, ਵਿਕਾਰ ਨੇ, ਜਦ ਅਸੀਂ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਕੀਰਤਨ ਕਰਦੇ ਹਾਂ ਜਾਂ ਕਥਾ ਸੁਣਦੇ ਹਾਂ ਜਾਂ ਬਾਣੀ ਦਾ ਨਿਤਨੇਮ ਜਾਂ ਵਾਹਿਗੁਰੂ ਸਿਮਰਨ ਘਰ ਬੈਠਿਆਂ ਵੱਖਰੀ ਗੱਲ ਹੈ। ਇੱਥੇ ਬੈਠ ਕੇ ਜਦ ਇਕੱਠੇ ਹੋ ਕੇ ਕਰੀਦਾ, ਇਹਦੇ 'ਚ ਰਸ ਭਰਦਾ ਹੈ।
तो रस का सब तो वधिया तरीका यह है कि आपदा घर परिवार त्यागो। जरूरी नहीं भी पक्का ही त्याग दो, 5 मिनट लिए त्यागो, 10 मिनट लिए उन्हें तो वखरे हो। मोह बड़े परिवार की संगत, परिवार की संगत करदे मोह च वाधा हुंदा। जे तुसीं गुरु घर की संगत वधाओगे तुहानूं रस आऊगा। अमृत रस हर कीर्तनो को विरला पीवै, वजो हो नानक मिलै एक नाम, रित जप जप जीवै। कीर्तन का रस है। हर अमृत कथा श्रेष्ठ उत्तम, गुर बचनी सहजे चाखी, तै भया प्रगास मिटिया अंधियारा, जिउं सूरज रहन का रस। कथा का रस है पर है सिमरन दे नाल, एकाग्रता दे नाल। सो इस वास्ते वो जिहड़ी कीड़ी सीगी लै तुरी, जद उन्हें मूँह लवाया तो किसी नूं रस आया ही ना। वो कहंदियां भी तू कहंदी सी एडा मिठा पहाड़ है, भी सानू तो कोई रस आ नहीं रहा। उन्हें सोचिया भी है तो पहाड़ मिश्री का, रस क्यों नहीं आ रहा। कहंदे आपदे मूँह खोलो, मूँह दिखाओ। सारियां दे मूँह वेखे, उन्हां दे लिद्द फसी हुई सी, क्योंकि लिद्द दे विच भरम दियां लिद्द खांदियां आईयां सन। कहंदियां चलो भैणो पता लग गया तुहाडे च की बीमारी है, बीमारी लभ पे इलाज फिर उसे वक्त ही हो जाता। चलो मेरे नाल, तुहाडी बीमारी पकड़ी गई है। बीमारी तुहाडे च अमृत रस विच नहीं, मिश्री दे पहाड़ विच नहीं है। चलो नदी दे किनारे। आख्या आपदे मूँह धोवो, पहला चुलियां करो, बार बार मूँह च पानी घुमा घुमा के सुट्टी जाओ, चुलियां करी जाओ। आपदा मूँह पहला साफ करो। फिर उन्हें मूँह साफ किया, फिर वो लैके आई, कहंदा हुण मूँह लाओ। जब सारिया ने मूँह लाया, इन्ना उन्होंने मिठास का रस आया कि मुड़ के छड्ड नहीं सकी। फॉर एग्जाम्पल का मैथड ला के छेती सवाल हल होंदा। इसी तरह मिश्री का पहाड़ है श्री गुरु ग्रंथ साहिब जी महाराज। इन्हां च इन्नी मिठास है। हिंदे फरीदा शक्कर खंड निवाद गुड़, माखियो मंझा दुध, सबे वस्तु मिठियां रब न पुजन तुध। मैं बेनती कर रहा सी, ज्ञानी नार सिंह ते तर्क की प्रोफैसर प्यारा सिंह पदम जी ने, जिन्हों के रहतनामे मेरे पास बड़े बड़े विद्वान हुए। ज्ञानी जी ने सवाल किया, कहते प्रोफैसर साहब तुसी तर्क कर रहे हो, तुसी खुद आप पाठ किया, कदी बाणी पढ़ी है? कहते जी नहीं। कदी जपजी साहब भी पढ़िया? कहते जी नहीं। कहते फिर हथ बन के मेरी ये बेनती है कि डेली 25 पाठ करो तो 40 दिन बाद मैनू मुड़ के आके सवाल करो, फिर मैं उत्तर देंगा। जिहड़ा उत्तर कहोगे उही देंगा। पर एक काम ही समझ लो भी मेरे वालों तुहानू काम दिता गया है तुहाडे भले दा। 25 पाठ डेली करो 40 दिन। तो ज्ञानी नार सिंह जी कहते 40 दिनों बाद जदों प्रोफैसर साहब के दर्शन हुए, कहने लगे हाँ ज्ञानी जी सचमुच ही बाणी दे विच इहो जिहा रस है भी बंदा छड्ड नहीं सकता जी मन एकाग्र हो जाए। फरीदा शक्कर खंड निवात गुड़, माखियो मझां दुध, सबे वस्तु मिठियां रब न पुजन तुध। इसलिए रस लैन वास्ते साड़ी आप दी तैयारी होनी चाहिए। अज मैं आ रहा सीगा ते बोर्ड के उपर हुक्मनामा पढ़िया, उपर दरबार दे विच धन गुरु ग्रंथ साहिब महाराज का पावन प्रकाश होया। गुरु जी ने की समझाउण दी कोशिश की है। अज दे श्री मुख वाक दे विच पहले पातशाह श्री गुरु नानक देव महाराज समझाउंदे ने, सूही महला पहला, भांडा धोए बैस धूप जाओ। तुसी सारे जिमींदार बैठे हो ते जे जिमींदार नहीं भी कोई तां साडे घरां च दुध दा लैण तां आपां जांदे ही हां, जां दुध ही आउंदा भांडे च पवाउंदे ही हां। किस तरीके नाल भांडा साफ करदे हां। भांडा धोए बैस धूप देवो, तो दूध है को जावो। तां दुध लैण जाईदा। दुध लैण तां जावो जे रात की बही चीज़ भांडे च पई है, उन्होंने सुट के खराब हुई चीज़ नूं भांडे नूं चंगी तरह मांज के धो के साफ करके उन्होंने धूप दिखाओ, ताकि वो चों बासी चीज़ की स्मैल ना आवे। जे आपां एक दुध की प्राप्ति वास्ते इन्ना यतन करते हैं, फिर तुसीं गुरुद्वारे आए हो तो हिरदे का भांडा क्यों नहीं धो के आए?
ਸਾਡੇ ਮਨ ਦੇ ਵਿੱਚ ਤਾਂ ਸੰਕਲਪ ਵਿਕਲਪ ਚੱਲ ਰਹੇ ਨੇ, ਔਗਣ ਵਿਕਾਰ ਹੋਰ ਗੱਲਾਂ ਚੱਲ ਰਹੀਆਂ ਨੇ। ਫਿਰ ਕਹਿੰਦੇ ਸਾਨੂੰ ਨਾਮ ਦਾ ਰਸ ਨਹੀਂ ਆਇਆ ਜੀ, ਸਾਡਾ ਮਨ ਨਹੀਂ ਟਿਕਦਾ ਜੀ, ਟਿਕਾਉਣ ਦਾ ਯਤਨ ਹੀ ਨਹੀਂ ਕੀਤਾ, ਭਾਂਡਾ ਹੀ ਨਹੀਂ ਸਾਫ਼। ਫਿਰ ਪਹਿਲੀ ਗੱਲ ਤਾਂ ਸਾਫ਼ ਨਹੀਂ ਹੈ, ਜੇ ਸਾਫ਼ ਹੈ ਵੀ ਹੈ ਤੇ ਅਸੀਂ ਮੂਧਾ ਕੀਤਾ ਹੋਇਆ। ਕਹਿੰਦੇ ਉਹਦਾ ਭਾਂਡਾ ਕਿਸ ਨਾ ਸਮਾਵੈ, ਉਹਦਾ ਜਿਹੜਾ ਮੂੰਦਾ ਭਾਂਡਾ ਹੈ ਉਹ 'ਚ ਕੋਈ ਚੀਜ਼ ਪੈਂਦੀ ਹੋਈ ਨਹੀਂ। ਹੁਣ ਦੋਧੀ ਕੋਲ ਜਾ ਕੇ ਕਹੋਗੇ ਵੀ ਦੁੱਧ ਪਾ ਦੇ ਤੇ ਡੋਲ ਦਾ ਮੂੰਹ ਹੇਠਾਂ ਨੂੰ ਹੋਊਗਾ, ਉਹ ਕਹੂਗਾ ਮੈਂ ਪਾਊਂਗਾ ਕਿਵੇਂ? ਸਿੱਧੇ ਅੰਮ੍ਰਿਤ ਭਰੈ ਨਿਹਾਲ, ਭਾਂਡਾ ਤਾਂ ਸਿੱਧਾ ਹੋਣਾ ਚਾਹੀਦਾ ਨਾ। ਦੁੱਧ ਨੂੰ ਅੰਮ੍ਰਿਤ ਆਖਿਆ, ਖੜ ਖਾਵੇ ਅੰਮ੍ਰਿਤ ਦੇ, ਦੁੱਧ ਰੂਪੀ ਅੰਮ੍ਰਿਤ ਸਿੱਧੇ ਭਾਂਡੇ 'ਚ ਪਾਊਂਗਾ। ਇਸੇ ਤਰ੍ਹਾਂ ਹਿਰਦਾ ਰੂਪੀ ਭਾਂਡਾ ਤਾਂ ਮੂਧਾ ਹੋਇਆ ਪਿਆ, ਮਰਜ ਵੱਲ ਮੂੰਹ ਹੀ ਨਹੀਂ ਹੈ। ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਕਹੀਏ ਰਸ ਨਹੀਂ ਆਉਂਦਾ। ਮਨ ਤਾਂ ਬੇਮੁਖ ਹੈ, ਆਪਦੇ ਮਨ ਦੀ ਮੱਤ ਵਰਤਦੇ ਆ, ਮਨਮੁਖ ਹੈ, ਗੁਰੂ ਦੀ ਗੱਲ ਮੰਨਣ ਲਈ ਤਿਆਰ ਨਹੀਂ ਆ। ਇਹ ਉਹਦਾ ਭਾਂਡਾ ਹੈ, ਭਾਂਡਾ ਸਿੱਧਾ ਹੀ ਨਹੀਂ ਹੈ, ਸਨਮੁਖ ਹੈ ਹੀ ਨਹੀਂ। ਸਨਮੁਖ ਸਿੱਧ ਭੇਟਣ ਗੁਆਏ, ਤੋ ਸਿੱਧਾ ਵਾਂਗ ਵੀ ਆਪਾਂ ਸਨਮੁਖ ਨਹੀਂ ਹੋਏ। ਉਹ ਤਾਂ ਫਿਰ ਵੀ ਸੁਧਰ ਗਏ ਸੀ, ਝਗੜਦੇ ਹੋਏ ਮਹਾਰਾਜ ਦੀ ਸ਼ਰਨੀ ਪੈ ਗਏ। ਅਸੀਂ ਸਿੱਖ ਖਮਾਉਂਦੇ ਹੋਏ ਵੀ ਗੁਰੂ ਸਾਹਿਬ ਨਾਲ ਆਡਾ ਲਾਇਆ ਹੋਇਆ ਵੀ ਮਹਾਰਾਜ ਤੇਰੀ ਗੱਲ ਮੰਨਣੀ ਹੋਈ ਨਹੀਂ। ਭਾਂਡਾ ਹੀ ਪੁੱਠਾ ਹੈ, ਉਹਦਾ ਭਾਂਡਾ ਕਿਛ ਨਾ ਸਮਾਵੈ, ਸਿੱਧੇ ਅੰਮ੍ਰਿਤ ਭਰੈ ਨਿਹਾਲ। ਸੋ ਅੱਜ ਦਾ ਸ੍ਰੀ ਮੁੱਖ ਵਾਕ ਬੜਾ ਲੌਜੀਕਲ ਹੈ, ਅਲੰਕ੍ਰਿਤ ਹੈ। ਸਮੁੱਚੀ ਬਾਣੀ ਗੁਰੂ ਨਾਨਕ ਸਾਹਿਬ ਦੀ ਸਮਝਣੀ ਬੜੀ ਕਠਿਨ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁਧੇ ਕੋ ਜਾਵੋ, ਦੂਧ ਕਰਮ ਪੁਨ ਸੁਰਤ ਸਮਾਇਣ, ਸਮਾਇਣ ਕਹਿੰਦੇ ਨੇ ਜਾਗ ਨੂੰ। ਹੋਏ ਨਿਰਾਸ ਜਮਾਵੋ, ਜਪ ਹੋ ਤਾਂ ਇੱਕੋ ਨਾਮਾ, ਅਵਰ ਨਿਰਾਫਲ ਕਾਮਾ ਰਹਾਓ। ਇਹੋ ਮਨ ਈਟੀ ਹਾਥ ਕਰੋ, ਈਟੀ ਕਹਿੰਦੇ ਨੇ ਗੁੱਲੀਆਂ ਨੂੰ। ਅੱਜ ਕੱਲ੍ਹ ਤਾਂ ਮਿਕਸਚਰ ਆ ਗਏ, ਮਧਾਣੀਆਂ ਇਲੈਕਟ੍ਰੀਕਲ ਬਿਜਲੀ ਵਾਲੀਆਂ ਆ ਗਈਆਂ, ਲਾਓ ਤੇ ਜੋ ਮਰਜ਼ੀ ਕੰਮ ਕਰਦੇ ਰਹੋ, ਆਪੇ ਹੀ ਬਿਜਲੀ ਨੇ ਸਭ ਕੁਝ ਕਰ ਦੇਣਾ। ਪੁਰਾਣਾ ਸਮਾਂ ਸੀਗਾ, ਉਹ ਕਾੜਨਿਆਂ ਦੇ ਵਿੱਚ ਪਾ ਕੇ, ਤੌੜੀਆਂ ਦੇ ਵਿੱਚ ਪਾ ਕੇ ਪਹਿਲਾਂ ਦੁੱਧ ਨੂੰ ਕਾੜਦੇ ਹੁੰਦੇ ਸੀਗੇ, ਤੇ ਦਹੀਂ ਦੁਹੀਂ ਜਮਾ ਕੇ ਤੇ ਤੌੜੀਆਂ 'ਚ ਪਾ ਕੇ, ਮਧਾਣੀ ਪਾ ਕੇ, ਰੱਸਾ ਜਿਹਨੂੰ ਨੇਤਰਾ ਕਹਿੰਦੇ ਨੇ, ਉਹਦੇ ਨਾਲ ਗੁੱਲੀਆਂ ਲੱਕੜ ਦੀਆਂ ਬੰਨ੍ਹ ਕੇ ਹੱਥ ਦੇ ਵਿੱਚ ਵੀ ਫਿਸਲੇ ਨਾ ਰੱਸਾ। ਫਿਰ ਸੱਜਾ ਹੱਥ ਖੱਬਾ ਹੱਥ ਤੋਂ ਬਾਰ-ਬਾਰ ਉਹਨੂੰ ਰਿੜਕਣਾ ਪਾਉਂਦੇ। ਉਹ ਜਿਹੜੀਆਂ ਗੁੱਲੀਆਂ ਨੇ ਉਹਨੂੰ ਈਟੀ ਬੋਲਦੇ ਨੇ। ਇਹੋ ਮਨ ਈਟੀ ਹਾਥ ਕਰੋ, ਪੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਬ ਮਥੀਐ, ਇਨ ਵਿਧੀ ਅੰਮ੍ਰਿਤ ਪਾਵੋ। ਮਨ ਸੰਪਟ, ਸੰਪਟ ਕਹਿੰਦੇ ਨੇ ਡੱਬੇ ਨੂੰ, ਜਿਹਨੂੰ ਆਪਾਂ ਟਿਫਨ ਬਾਕਸ ਕਹਿੰਦੇ ਆ। ਡੱਬੇ ਦੇ ਵਿੱਚ ਸਵੱਛ ਸੁੰਦਰ ਡੱਬੇ 'ਚ ਹੀ ਮੱਖਣ ਸਾਂਭਿਆ ਜਾਂਦਾ, ਜਾਂ ਮੱਖਣ ਦਾ ਘਿਓ ਕੱਢਿਆ ਜਾਂਦਾ, ਡੱਬੇ 'ਚ ਹੀ ਪਾਈਦਾ। ਮਨ ਸੰਪਟ ਜਿਤ ਸਤ ਸਰ ਨਾਵਣ, ਭਾਵਨ ਬਾਤੀ ਤ੍ਰਿਪਤ ਕਰੇ, ਪੂਜਾ ਪੁਰਾਣ ਸੇਵਕ ਜੇ ਸੇਵੇ, ਇਨ ਵਿਦ ਸਾਹਿਬੇ ਰਵਤ ਰਹਿ। ਕਹਿ ਦੇ ਕਹੇ ਕਹੇ ਕਹਿ ਜਾਵਹਿ, ਤੁਮ ਸਰ ਅਵਰ ਨ ਕੋਈ, ਭਗਤਹੀਣ ਨਾਨਕ ਜਨ ਜੰਪੈ, ਹਉਸਾ ਲਾਹੀ ਸੱਚਾ ਸੋਈ। ਅੱਜ ਦਾ ਸ੍ਰੀ ਮੁੱਖ ਵਾਕ ਹੈ। ਸੋ ਇਸ ਲਈ ਮਹਾਰਾਜ ਫਰਮਾਉਂਦੇ ਨੇ, ਆਨ ਰਸਾ ਜੇਤੇ ਤੈਂ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹੇ ਬਿਸਮਾਦ, ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾ। ਇਸੇ ਤਰ੍ਹਾਂ ਸਭੇ ਵਸਤੂ ਕੌੜੀਆਂ, ਸੱਚੇ ਨਹੁ ਮਿੱਠਾ, ਸਾਧ ਆਇਆ ਤਨ ਹਰ ਜਣਾ, ਚੱਕ ਸਾਧੀ ਨਿੱਠਾ। ਸਾਧੂ ਸੰਤਾਂ ਦੇ ਕੋਲੋਂ ਹੀ ਅੰਮ੍ਰਿਤ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ, ਕਿਉਂਕਿ ਉਹ ਮਨ ਟਿਕਾਉਣ ਦੀ ਜੁਗਤੀ ਦੱਸ ਦਿੰਦੇ, ਅਭਿਆਸ ਕਰਾ ਕੇ ਮਨ ਟਿਕਾ ਦਿੰਦੇ। ਅੰਮ੍ਰਿਤ ਨਾਮ ਸਦ ਮੀਠਾ ਲਾਗਾ, ਗੁਰ ਸ਼ਬਦੀ ਸਾਧ ਆਇਆ, ਸੱਚੀ ਬਾਣੀ ਸਹਿਜ ਸਮਾਣੀ, ਹਰ ਜੀਉ ਮਨ ਵਸਾਇਆ। ਫਿਰ ਇਹੋ ਜਿਹਾ ਨਾਮ ਅੰਮ੍ਰਿਤ ਮਿੱਠਾ ਲੱਗੂਗਾ, ਸਵਾਦ ਆਏਗਾ ਕਿ ਮਨ ਗਿਆਨ ਵਿੱਚ ਸਮਾ ਜਾਏਗਾ। ਮਿੱਠਾ ਕਰਕੇ ਕੌੜਾ ਖਾਇਆ, ਤਿੰਨ ਕੌੜੇ ਤਨ ਰੋਗ ਜਮਾਇਆ। ਆ ਜਿਹੜੀਆਂ ਮਠਿਆਈਆਂ ਦਾ ਰਸ ਆਪਾਂ ਲੈਂਦੇ ਆ, ਸ਼ਰਾਬਾਂ ਕਬਾਬਾਂ ਦਾ ਲੈਂਦੇ ਆ, ਇਹ ਸਰੀਰ ਨੂੰ ਰੋਗੀ ਬਣਾ ਦਿੰਦਾ। ਜੇ ਫਿਰ ਮਿੱਠਾ ਪੀੜਾ ਪਾਏ ਤਾਂ ਕੁੜਤਨ ਚੁੱਕ ਸਮਾਏ। ਨਾਨਕ ਗੁਰਮੁਖ ਪਾਵੈ ਸੋਏ, ਜਿਸ ਨੂੰ ਪ੍ਰਾਪਤ ਲਿਖਿਆ ਹੋਏ। ਇਹ ਨਾਮ ਰਸ ਜਿਹਦੇ ਕਰਮਾਂ 'ਚ ਉਹਨੂੰ ਹੀ ਆਊਗਾ। ਜੇ ਸ਼ਰਾਬ ਹੀ ਨਹੀਂ ਛੱਡੀ ਤੇ ਪਾਠ ਵੀ ਕਰੀ ਗਏ, ਕਬਾਬਾਂ ਹੀ ਨਹੀਂ ਤਿਆਗੀਆਂ, ਪਾਠ ਵੀ ਕਰੀ ਗਏ,
ਔਗਣ ਵਿਕਾਰ ਨਹੀਂ ਛੱਡੇ, ਫਿਰ ਰਸ ਨੇ ਕਿੱਥੋਂ ਆਉਣਾ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੋਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੋਟੀ, ਨਿਫਲ ਭਈ ਸਭ ਸੇਵਾ। ਇਸ ਲਈ ਮਹਾਰਾਜ ਕਹਿੰਦੇ ਨੇ, ਐ ਮੇਰੀਏ ਜ਼ਬਾਨ ਤੋਂ ਪਹਿਲਾਂ ਖਾਣ ਪੀਣ ਦੇ ਰਸਾਂ ਵੱਲੋਂ ਤਾਂ ਆਪਦੇ ਆਪ ਨੂੰ ਸੰਕੋਚ ਕਰ। ਘੱਟੋ ਘੱਟ ਜੋ ਗੁਰੂ ਜੀ ਨੇ ਬਜਰ ਕਰਹਿਤਾਂ ਕਹੀਆਂ ਨੇ ਉਹਨਾਂ ਵੱਲੋਂ ਤਾਂ ਰੁਕ। ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ ਹਰਸ, ਬਹੁ ਨ ਤ੍ਰਿਸ਼ਨਾ ਲਾਗੇ ਆਏ। ਇਹੋ ਹਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ। ਕਹੈ ਨਾਨਕ ਹੋਰ ਅਨਰਸ ਸਭ ਵਿਸਰੈ, ਜਾਂ ਹਰ ਵਸੈ ਮਨ ਆਏ। ਸੋ ਰਸਨਾ ਤੋਂ ਅਗਲਾ ਸਵਾਦ ਹੈ ਚੰਗੇ ਸੋਹਣੇ ਕੱਪੜੇ ਪਾਉਣ ਦਾ, ਗਹਿਣੇ ਆਦਿਕ ਨਾਲ ਸਰੀਰ ਨੂੰ ਸ਼ਿੰਗਾਰਨਾ, ਆਨੰਦ ਮਾਨਣਾ। ਪਰ ਸਦੀਵੀ ਸੁੱਖ ਇਹਨਾਂ ਤੋਂ ਵੀ ਨਹੀਂ ਮਿਲ ਸਕਦਾ। ਚੂਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪਹਿਰ ਹਟਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ। ਕਿਆ ਪਹਿਰੋ ਕਿਆ ਓਢ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ। ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ। ਇਸ ਤਰ੍ਹਾਂ ਦੇ ਮਹਾਰਾਜ ਦੇ ਬਚਨ ਨੇ। ਪਹਿਨਣ ਦੇ ਨਾਲ ਮਨ ਨਹੀਂ ਭਰਨਾ ਹੈ। ਬਾਬਾ ਹੋਰ ਪਹਿਨਣ ਖੁਸ਼ੀ ਕੁਆਰ, ਜਿਤ ਪਹਿਦੇ ਤਨ ਪੀੜੀਐ, ਮਨ ਮੈਂ ਚਲੇ ਬੇਕਾਰ। ਇੰਦਰੀ ਰਸ ਨੂੰ ਵੀ ਮਨੁੱਖ ਉੱਚੇ ਤੋਂ ਉੱਚਾ ਆਨੰਦ ਸਮਝਦਾ, ਇਸ ਤੋਂ ਵਿਹਲਾ ਹੀ ਨਹੀਂ ਹੋਣਾ ਚਾਹੁੰਦਾ। ਇੰਦਰੀ ਭੋਗ ਤੇ ਕਾਮਨੀ ਦੀ ਸੁੰਦਰਤਾ, ਰੂਪ ਦੇ ਰਸ ਹਰੀ ਰਸ ਦੇ ਬਰਾਬਰ ਸਭ ਫਿੱਕੇ ਨੇ। ਉਹ ਦੱਸੇ ਕਿਵੇਂ ਆਏਗਾ। ਰੂਪ ਸੁੰਦਰੀਆ ਅਨਕ ਇਸਤਰੀਆ, ਹਰ ਰਸ ਬਿਨ ਸਭ ਸਵਾਦ ਫਿਕਰੀਆ। ਜੇ ਲੱਖ ਇਸਤਰੀਆਂ ਭੋਗ ਕਰਹਿ, ਨਵਖੰਡ ਰਾਜ ਕਮਾਹੇ, ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਜਿਵੇਂ ਲਿੱਦ ਦੇ ਨਾਲ ਮੂੰਹ ਭਰਿਆ ਉਹ ਸਾਫ਼ ਹੋਇਆ ਤਾਂ ਮਿਸ਼ਰੀ ਦਾ ਰਸ ਆਇਆ ਕੀੜੀਆਂ ਨੂੰ। ਹੁਣ ਜਿੰਨਾ ਚਿਰ ਆਪਾਂ ਦੁਨਿਆਵੀ ਰਸ ਨਹੀਂ ਛੱਡਾਂਗੇ ਉਹਨਾਂ 'ਚ ਨਾਮ ਦਾ ਰਸ ਕਿਵੇਂ ਆਊਗਾ। ਕਬੀਰ ਜੀ ਕਹਿੰਦੇ ਇਹ ਰਸ ਛੱਡੇ ਉਹ ਰਸ ਆਵਾ। ਆਪਦੀ ਇੰਦਰੀ ਦਾ ਜ਼ਬਾਨ ਦਾ ਰਸ ਛੱਡੋਗੇ ਤਾਂ ਹੀ ਨਾਮ ਦਾ ਰਸ ਲਓਗੇ ਭਾਈ। ਇਹ ਰਸ ਛੱਡੇ ਉਹ ਰਸ ਆਵਾ। ਕੁਛ ਪਾਉਣ ਲਈ ਕੁਛ ਛੱਡਣਾ ਪੈਂਦਾ, ਛੱਡੇ ਤਾਂ ਆਪਾਂ ਕੁਛ ਵੀ ਨਹੀਂ, ਤਿਆਗਣਾ ਤਾਂ ਕੁਝ ਵੀ ਨਹੀਂ ਚਾਹੁੰਦੇ। ਬੋਝੀ ਵੀ ਮਾਇਆ ਨਾਲ ਭਰੀ ਹੋਵੇ, ਜ਼ਬਾਨ ਦਾ ਰਸ ਵੀ ਲਈ ਜਾਈਏ, ਸਰੀਰ ਦਾ ਸੁੱਖ ਵੀ, ਫਿਰ ਕਹਿੰਦੇ ਬਾਣੀ ਦਾ ਰਸ ਨਹੀਂ ਆਇਆ। ਨਾ ਅੰਮ੍ਰਿਤ ਵੇਲਾ ਹੈ, ਨਾ ਕੋਈ ਨਿਤ ਨਿਯਮ ਹੈ। ਕਹਿੰਦੇ ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ, ਇਹ ਰਸ ਨਹੀਂ ਪਾਵਾ। ਸਵਾਦ ਤਾਂ ਹੋਰ ਨਾ ਚਿਰ ਮਨ ਲੱਗਾ ਹੋਇਆ। ਨਿਮਖ ਕਾਮ ਸਵਾਦ ਕਾਰਨ, ਕੋਟ ਦਿਨ ਸੁਖ ਪਾਵੈ, ਕਰੀ ਮੋਹਤ ਰੰਗ ਮਾਣੈ, ਫਿਰ ਬਹੁਰ ਬਹੁਰ ਪਛਤਾਵੈ। ਮਰ ਕਹਿੰਦੇ ਛੱਡ ਦੇ ਭਾਈ, ਛੋੜ ਛੋੜ ਵੇਖਿਆ ਕਿ ਰਸੂਆ, ਉਰਜ ਰਹਿਓ ਰੇ ਬਾਵਰ ਗਾਵਰ, ਜਿਉ ਕਿਰਖੈ ਹਰਿ ਆਇਓ ਪਸੂਆ। ਵਿਖੇ ਬਨ ਫੀਕਾ ਤਿਆਗ ਰੀ ਸਕੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਇਹ 'ਚ ਜੀਵ ਸੁਖੀ ਨਹੀਂ ਰਹਿੰਦਾ। ਅੱਖੀਂ ਵੇਖ ਨਾ ਰਜੀਆਂ ਬੋ ਰੰਗ ਤਮਾਸ਼ੇ, ਟੀਵੀ ਵੇਖਣ ਦਾ ਰਸ ਹੈ। ਉਸਤਤ ਨਿੰਦਾ ਕੰਨ ਸੁਣ ਸੋਵਣ ਤੈ ਰੋਵਣ ਤੈ ਹਾਸੇ। ਕੰਨਾਂ ਨੂੰ ਉਸਤਤੀ ਨਿੰਦਿਆ ਦਾ ਰਸ ਹੈ, ਰੋਣ ਦੇ ਹੱਸਣ ਦਾ। ਸਾਦੀ ਜੀਵ ਨਾ ਰਜੀਆਂ ਕਰ ਭੋਗ ਵਿਲਾਸੇ, ਜ਼ਬਾਨ ਨੂੰ ਸਵਾਦ ਲੈਣ ਦਾ ਰਸ ਹੈ, ਖਾਣ ਪੀਣ ਦਾ। ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਸੈਂਟ ਆਦਿ ਗਤਰ ਫੁਲੇਲ ਦਾ ਨੱਕ ਨੂੰ ਰਸ ਹੈ। ਰੱਜ ਨਾ ਕੋਈ ਜੀਵਿਆ ਕੂੜੇ ਪਰ, ਸਭ ਕੂੜੇ ਪ੍ਰਵਾਸੇ। ਝੂਠ ਹੈ, ਝੂਠੇ ਕੀੜੇ ਝੂਠ ਪ੍ਰੀਤ, ਇਹਦੇ ਨਾਲ ਕੋਈ ਬੰਦਾ ਰੱਜਿਆ ਨਹੀਂ ਅੱਜ ਤੱਕ। ਪੀਰ ਮੁਰੀਦਾਂ ਪਿਰਹੜੀ, ਸੱਚੀ ਰਹਿ ਰਾਸੇ। ਇਸ ਲਈ ਸੱਚੀ ਮਰਿਆਦਾ ਦੇ ਵਿੱਚ ਮੁਰੀਦਾਂ ਦੀ ਪੀਰਾਂ ਦੇ ਨਾਲ ਪਿਰਹੜੀ ਪ੍ਰੇਮ ਹੈ। ਜਦ ਇਹ ਸਾਰੇ ਰਸਾਂ ਦਾ ਤਿਆਗ ਕਰਾਂਗੇ ਤਾਂ ਹੀ ਹਰੀ ਰਸ ਦੀ ਪ੍ਰਾਪਤੀ ਹੋ ਸਕਦੀ ਹੈ। ਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੀ ਉਹ ਰਸ ਆਵਾ, ਉਹ ਰਸ ਪੀਆ ਰਸ ਨਹੀਂ ਪਾਵਾ। ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਆਉ। ਗੁਰਬਾਣੀ ਮੁਤਾਬਕ ਭਾਣੇ ਦਾ ਵੀ ਇੱਕ ਆਪਣਾ ਵੱਖਰਾ ਹੀ ਰਸ ਹੈ। ਜਿਨਾ ਭਾਣੇ ਕਾ ਰਸ ਆਇਆ, ਤਿਨ ਵਿੱਚੋਂ ਭਰਮ ਚੁਕਾਇਆ। ਤੇ ਪ੍ਰੇਮ ਦਾ ਵੀ ਇੱਕ ਅਲੌਕਿਕ ਰਸ ਹੈ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਗਾਏ। ਨਾਮ ਰਸ ਪੀਣ ਵਾਲਾ ਅਮਰ ਹੋ ਜਾਂਦਾ। ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੈ ਜੋ ਨਾਮ ਰਸ ਪਾਵੈ। ਜਰਾ ਮਰਾ ਨਹਿ ਵਿਆਪਈ, ਫਿਰ ਦੁਖ ਨਾ ਪਾਇਆ,
पी अमृत या घानिया, गुर अमृत कराया, सो जाने जिन चाखिया, हर नाम अमोला, कीमत कही ना जाइए, क्या कह मुख बोला। हरि दे गुण गाउण दा भी एक वखरा ही रस है। सब रस मीठे मुख लगे जां हर गुण गावे, जस गावत भगत रस उपजियो, माया की जाली तोरी। हरि दे कीर्तन नूं भी अमृत रस मन्निया। पहला भी मैं पंक्ति पढ़ी है, अमृत रस हर कीर्तनों को विरला पीवे, वजो हो नानक मिला एक नाम, रिद जप जप जीवे। फीके हर के नाम बिन साध, अमृत रस कीर्तन हर गाइए, अहनस पूर्ण नाद रहा। हरि नाम रस ही सब रसां तो मिठा, अमृत नाम सदा निर्मलिया, सुखदाई दुख बिडारन हरिया। अवर साध चक सगले देखे, मन हर रस सब ते मीठा गया। जिन हर 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 रस नाम न पाया, ते भागहीन जम पास। सिर कंबियो पग डगमगै, नैन जोत ते हीन, कहो नानक यह विद पई, तहु न हर रस लीन। हर रस छोड़ होशे रस माता, घर में वस्त बाहर उठ जाता। सुनी न जाई सच अमृत कथा, ये अमृत कथा जिहदे चो रस होना है नाम दा। 48 ਸਿੰਘਾਂ ने सुनी, वो बधे मुक्त हो गए। महापुरखा ने एक कोड़ी का कोड़ मेड़ दिता सी, बामण खरी की कथा सुना के ਉਹਦੇ ਚਾਪਾਂ ਝਗੜਾ ਪਾ ਕੇ ਖੜਾ ਕਰ ਦਿੰਦੇ। ਰਾਰ ਕਰਦ ਝੂਠੀ ਲੱਗ ਗਾਥਾ ਆਪਦੀਆਂ ਕਹਾਣੀਆਂ ਵਿੱਚ ਪਾ ਕੇ ਬੈਠ ਜਾਂਦੇ। ਮਾਰੇ ਕਹਿੰਦੇ ਆਸਾ ਮਹੱਲਾ ਪੰਜਵਾ, ਤੇ ਪਦੇ ਦੋ ਹਰਸ ਪੀਵਦ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲੈ ਜਾਤਾ। हर रस के माते मन सदा आनंद, आन रसा में व्यापै चिंद। हर रस पीवै अल मस्त मतवारा, शराबी शराब पी के मतवाला हुंदा है ना, ਉਹਦਾ ਰਾਤ ਪੀਓ ਸਵੇਰੇ ਲੱਥ ਗਈ, ਸਵੇਰੇ ਪੀਓ ਤੇ ਸ਼ਾਮਾਂ ਨੂੰ ਲੱਥ ਗਈ। ਪਰ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਦਿਨ ਰਾਤ ਹੈ। ਆਨ ਰਸਾ ਸਭ ਹੋਸ਼ੇ ਰੇ, ਬਾਕੀ ਸਭ ਹੋਸ਼ੇ ਰਸ ਦਾ ਰਹਾਉ। हर रस की कीमत कही न जाए, हर रस साधु हाट समाए। शराब का ठेके ते बलैडरां च बलैकियां कोलों मिलती है, पर ये जिहड़ा नाम का रस है, ये महाराज की संगत दे विच साधुआं की हट्टी तो ये नाम रस का ठेका जी। शरधा रूपी पूंजी लैके आओगे, सवास भेटा करोगे, सवासां की पूंजी दे के नाम का रस लै सकते। लाख करोड़ी मिले न के लखां करोड़ां नाल नहीं मिलती। जिसै प्राप्त सिही दे, नानक चाख भये बिस्माद। नानक गुर ते आया साध, ई दूध कद छोड़ न जाए, नानक गीता हरस माहे। सो जिनी चाखिया तिस आया साध, क्यों गूंगा मन में बिस्माद। आनंद रूप सब नदरी आया, जन नानक हर गुण आख समाया। सो हरि नाम रस गुरु धारण करके, फिर सुहागनामा गुरमुख बन के, गुरु दे बचन बाणी मनन तो ही, गुरु की दया दृष्टि द्वारा ही सुते सिद्ध प्राप्त होता है। श्री राग महला चौथा। रस अमृत नाम रस अत भला, कित बिद मिलै रस खाए। जाए पुछो सुहागणी, तुसां क्यों कर मिलिया प्रभ आए। कोई वे प्रवाह न बोलनी, हों मल मल धुआं दिन पाए। पाई रे मिल सज्जन हर गुण सार, सज्जन सतगुर पुरख है, दो कड्डै हो मैं मार। गुरमुखिया सुहागणी, गुरमुखिया सुहागणी, तिन दया पई मन आए। सतगुर वचन तन है, जो मन्ने सो रस खाए। से वड भागी वड जानिया है, जिन हर रस खाधा गुर पाए। ਇਹੋ ਹਰ ਰਸ ਵਣ ਦਿਨ ਸਬਤ ਹੈ, ਭਾਗਹੀਣ ਨਹੀਂ ਖਾਏ। ਬਿਨ ਸਤਿਗੁਰ ਪੱਲੇ ਨਾ ਪਵੈ, ਮਨ ਮੁਖ ਰਹੇ ਬਿਲ ਲਾਇ। ਕੋਈ ਸਤਿਗੁਰ ਆਗੇ ਨਾ ਨਿਮਹਿ, ਉਹਨਾਂ ਅੰਤਰ ਕ੍ਰੋਧ ਬੁਲਾਇ। ਹਰ 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 ਰਸ ਆਪ ਹੈ, ਆਪੇ ਹਰ ਰਸ ਹੋਏ। ਆਪ ਦਇਆ ਕਰ ਦੇਵਸੀ, ਗੁਰਮੁਖੀ ਅੰਮ੍ਰਿਤ ਚੋਏ। ਸਭ ਤਨ ਮਨ ਹਰਿਆ ਹੋਇਆ, नानक हर वसिया मन सोए। सो इंज जद गुरु महाराज साहब सच्चे पातशाह जी की
ਕਿਰਪਾ ਹੁੰਦੀ ਹੈ। ਤਾਂ ਹੀ ਮਹਾਰਾਜ ਦਾ ਅੰਮ੍ਰਿਤ ਰਸ ਗੁਰਬਾਣੀ ਦੇ ਦੁਆਰਾ ਸਾਨੂੰ ਪ੍ਰਾਪਤ ਹੋ ਸਕਦਾ ਹੈ। ਸੋ ਸਾਹਿਬ ਫਰਮਾਨ ਕਰਦੇ ਹਨ, ਅੰਮ੍ਰਿਤ ਬਾਣੀ ਅਮਿਓ ਰਸ। ਇਹ ਜੋ ਗੁਰਬਾਣੀ ਦੀ ਕਥਾ ਆਪ ਸਰਵਣ ਕਰ ਰਹੇ ਹੋ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਰੂਪ ਬਾਣੀ ਹੈ। ਇਹਦੇ ਵਿੱਚ ਨਾਮ ਦਾ, ਬ੍ਰਹਮ ਗਿਆਨ ਦਾ, ਪ੍ਰੇਮ ਦਾ ਅੰਮ੍ਰਿਤ ਰਸ ਹੈ। ਅੰਮ੍ਰਿਤ ਹਰਿ ਕਾ ਨਾਮ। ਹਰੀ ਦਾ ਨਾਮ ਅੰਮ੍ਰਿਤ ਸਰੂਪ ਇਹਦੇ ਵਿੱਚ ਦਰਜ ਕੀਤਾ ਹੋਇਆ ਹੈ। ਬਾਣੀ ਨਾਮ ਹੈ, ਨਾਮ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ। ਮਨ ਤਾਨ ਹਿਰਦੈ ਸਿਮਰ ਹਰਿ। ਇਸ ਲਈ हे ਭਾਈ, हे ਗੁਰਮੁਖੋ, ਮਨ ਕਰਕੇ, ਤਨ ਕਰਕੇ ਹਿਰਦੇ ਵਿੱਚ ਹਰੀ ਪਰਮੇਸ਼ਰ ਦਾ ਸਿਮਰਨ ਕਰੋ, ਜਾਂ ਤਨ ਅਤੇ ਹਿਰਦੇ ਰੂਪ ਅਸਥਾਨ ਵਿੱਚ ਰਹਿਣ ਵਾਲੇ ਮਨ ਨਾਲ ਪਰਮੇਸ਼ਰ ਦਾ ਸਿਮਰਨ ਕਰੋ। ਉਪਦੇਸ਼ ਸੁਣੋ ਆਠ ਪਹਿਰ ਗੁਣ ਹਰ ਗਾ। ਅੱਠੇ ਪਹਿਰ ਪਰਮੇਸ਼ਰ ਦੇ ਕੀਰਤਨ ਵਿੱਚ ਪਾ ਕੇ, ਰਸਨਾ ਦੇ ਨਾਲ ਗੁਣ ਗਾਓ, ਕਥਾ ਵਿੱਚ ਪਾ ਕੇ ਵਿਚਾਰ ਨਾਲ ਗੁਣ ਗਾਓ, ਬਾਣੀ ਦੇ ਪਾਠ ਵਿੱਚ ਆਨੰਦ ਲੈਣਾ ਕਰੋ। ਗੁਣ ਗਾਓ, ਗੁਣ ਗਾਵਤ ਹੋਵਤ ਪ੍ਰਗਾਸ। ਗੁਣ ਗਾਉਂਦਿਆਂ ਹੀ ਤੁਹਾਨੂੰ ਬ੍ਰਹਮ ਗਿਆਨ ਦਾ ਚਾਨਣ ਮਿਲੂਗਾ। ਉਪਦੇਸ਼ ਸੁਣੋ ਤੁਮ ਗੁਰ ਸਿੱਖਾ ਹੋ। ਇਹ ਗੁਰ ਸਿੱਖੋ, ਤੁਸੀਂ ਗੁਰੂ ਦੇ ਸਿੱਖ ਹੋ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ। ਇਸ ਲਈ ਤੁਸੀਂ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦਿੱਤੀਆਂ ਸਿੱਖਿਆਵਾਂ, ਸੱਚੇ ਉਪਦੇਸ਼ ਨੂੰ ਪਿਆਰ ਨਾਲ ਸੁਣਿਆ ਕਰੋ। ਸੱਚਾਈ ਹੈ ਸਵਾਦ। ਇਹੀ ਸੱਚਾ ਸੁਆਉ ਸਵਾਦ ਹੈ, ਜਾਂ ਸੱਚਾ ਪ੍ਰਯੋਜਨ ਮਤਲਬ ਲਾਭ ਸਮਝੋ। ਜਨਮ ਪਦਾਰਥ ਸਫਲ ਹੋਏ। ਤਾਂ ਤੁਹਾਨੂੰ ਮਨੁੱਖਾ ਜਨਮ ਰੂਪੀ ਪਦਾਰਥ ਜਿਹੜਾ ਮਿਲਿਆ ਹੋਇਆ ਹੈ, ਫੇਰ ਹੀ ਸਫਲ ਹੋਵੇਗਾ। ਮਨ ਮਹਿਲਾਏ ਹੋ ਭਾਵ। ਜੇਕਰ ਤੁਸੀਂ ਆਪਣੇ ਮਨ ਹਿਰਦੇ ਵਿੱਚ ਵਾਹਿਗੁਰੂ ਨਾਲ ਪ੍ਰੇਮ ਲਾਓਗੇ ਤਾਂ ਹੀ ਤੁਹਾਨੂੰ ਨਾਮ ਦਾ ਰਸ ਆਊਗਾ। ਜੇ ਮਨ ਹੀ ਨਹੀਂ ਲਾਇਆ ਫਿਰ ਰਸ ਕਿੱਥੋਂ ਆਊਗਾ। ਇਸ ਲਈ ਪਹਿਲੀ ਗੱਲ ਦਾ ਟਾਈਮ ਕੱਢੋ, ਬੈਠੋ, ਫਿਰ ਮਨ ਟਿਕਾਓ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਸਹਿਜ ਆਨੰਦ ਘਣਾ। ਤਾਂ ਸਾਧ ਸੰਗਤ ਜੀਓ, ਤੁਹਾਨੂੰ ਮਹਾਰਾਜ ਕਹਿੰਦੇ ਅਚੁੱਤ ਸੁਖ ਰੂਪ ਬ੍ਰਹਮ ਦੀ ਪ੍ਰਾਪਤੀ ਵਾਲਾ ਬਹੁਤਾ ਹੀ ਆਨੰਦ ਪ੍ਰਾਪਤ ਹੋਵੇਗਾ। ਭਾਵ ਬ੍ਰਹਮ ਆਨੰਦ ਦੀ ਪ੍ਰਾਪਤੀ ਹੋਵੇਗੀ। ਪ੍ਰਭ ਜਪਤਿਆ ਦੁਖ ਜਾਏ। ਪਰ ਸ਼ਰਤ ਇਹ ਹੈ ਕਿ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੁਹਾਨੂੰ ਖੁਦ ਆਪ ਕਰਨਾ ਪਊਗਾ। ਬਾਕੀ ਕੰਮ ਆਪਾਂ ਪੈਸੇ ਦੇ ਕੇ ਕਰਾ ਸਕਦੇ ਹਾਂ, ਨੌਕਰ ਰੱਖ ਕੇ ਸਾਰਾ ਕੰਮ ਹੋ ਜਾਂਦਾ। ਪਰ ਇਹ ਜਿਹੜਾ ਵਾਹਿਗੁਰੂ ਵਾਹਿਗੁਰੂ ਹੈ, ਜੇ ਆਨੰਦ ਤੁਸੀਂ ਲੈਣਾ ਹੈ ਤਾਂ ਤੁਹਾਨੂੰ ਖੁਦ ਆਪ ਕਰਨਾ ਪਊਗਾ। ਪੈਸੇ ਦੇ ਕੇ ਜੇ ਕਹੋਗੇ ਵੀ ਸਾਡੀ ਅਰਦਾਸ ਕਰ ਦਿਓ, ਠੀਕ ਹੈ, ਲਾਭ ਹੁੰਦਾ, ਪਰ ਆਨੰਦ ਤਾਂ ਉਦੋਂ ਹੀ ਆਊਗਾ ਜਦੋਂ ਤੁਸੀਂ ਆਪ ਦੀ ਜਮਾਨ ਕਮਾਓਗੇ। ਕੁਦਰਤੀ ਹੈ। ਤੇ ਇਸ ਲਈ ਪਹਿਲਾਂ ਨਾਮ ਜਪੋ। ਨਾਮ ਜਪਦਿਆਂ ਹੀ ਜੰਮਣ ਮਨ ਦਾ ਦੁੱਖ ਚਲਾ ਜਾਂਦਾ, ਨਾਮ ਦਾ ਰਸ ਆਵੇਗਾ। ਨਾਨਕ ਨਾਮ ਜਪਤ ਸੁਖ ਉਪਜੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਹਿਰਦੇ ਵਿੱਚ ਆਤਮਿਕ ਸੁਖ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਦਰਗਹਿ ਪਾਈਐ ਥਾ। ਪਰ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਵੀ ਥਾਂ ਟਿਕਾਣਾ ਸਥਿਤੀ ਪਾਈ ਦੀ ਹੈ। ਇੱਥੇ ਜਿਹੜਾ ਮਹਾਰਾਜ ਦਾ ਪਾਵਨ ਸ਼ਲੋਕ ਉਚਾਰਿਆ ਉਹ ਸੰਪੂਰਨ ਹੋਇਆ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਅੱਜ 6 ਜੂਨ ਦਾ ਸਾਧ ਸੰਗਤ ਜੀਓ ਪਵਿੱਤਰ ਦਿਹਾੜਾ ਹੈ, ਜੋ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਹਫ਼ਤੇ ਤੋਂ ਹੀ ਸਾਧ ਸੰਗਤ ਮਨਾ ਰਹੀ ਹੈ। ਘੱਲੂਘਾਰਾ ਹਫ਼ਤਾ ਦੇ ਰੂਪ ਦੇ ਵਿੱਚ ਅੱਜ ਦੇ ਦਿਨ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਸਹਿਤ ਜਨਰਲ ਸ਼ਬੀਕ ਸਿੰਘ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਔਰ ਹੋਰ ਅਨੇਕਾਂ ਹੀ ਗੁਰੂ ਕੇ ਪਿਆਰੇ ਸਿੰਘ, ਗੁਰੂ ਕੀਆਂ ਪਿਆਰੀਆਂ ਸੰਗਤਾਂ ਜੋ ਸੱਚਖੰਡ ਹਰਿਮੰਦਰ ਸਾਹਿਬ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਤੇ ਹਾਜ਼ਰੀਆਂ ਭਰਨ ਆਈਆਂ ਸਨ।
ਖੁਦ ਅਸੀਂ ਆਪ ਵੀ ਸੋ ਬਾਰ-ਬਾਰ ਵੇਖਦੇ ਸੀ ਕਿ ਕਰਫਿਊ ਖੁੱਲ੍ਹੇ ਤੇ ਦਰਬਾਰ ਸਾਹਿਬ ਮੱਥਾ ਟੇਕਣ ਜਾਈਏ। ਕਦੀ ਕਹਿੰਦੇ ਹੁਣ ਖੁੱਲ੍ਹਦਾ, ਕਦੀ ਕਹਿੰਦੇ ਘੜੀ ਨੂੰ ਖੁੱਲ੍ਹੇਗਾ। ਵਿਵੇਕਸਰ ਛਬੀਲਾਂ ਤੇ ਉੱਥੇ ਬਾਰ-ਬਾਰ ਆਉਣਾ ਤੇ ਵਿਵੇਕਸਰ ਵੇਖ ਜਾਣਾ। ਨਾਕਾ ਲੱਗਾ, ਰਾਮਸਰ ਸਾਹਿਬ ਹਾਜ਼ਰੀ ਭਰੀ, ਉੱਥੇ ਸੰਗਤਾਂ ਪਾਠ ਕਰਦੀਆਂ ਨੇ ਪੰਜਵੇਂ ਪਾਤਸ਼ਾਹ ਦੇ ਗੁਰਪੁਰਬ ਤੇ। ਫਿਰ ਉਹ ਡੀਕ ਕੇ ਜਾਂ ਪਿੰਡ ਨੂੰ ਚਲੇ ਗਏ। ਬਾਅਦ ਵਿੱਚ ਕਰਫਿਊ ਖੁੱਲ੍ਹਾ, ਪਰ ਜਿਹੜੇ ਅੰਦਰ ਗਏ ਉਹ ਵਾਪਸ ਨਹੀਂ ਆਏ। ਜਿਹੜੀਆਂ ਦੂਰ ਦਰੇਡਿਆਂ ਤੋਂ ਸੰਗਤਾਂ ਆਈਆਂ ਉਹਨਾਂ ਦਾ ਰਹਿਣਾ ਵੀ ਉੱਥੇ ਹੀ ਸੀਗਾ। ਉਹ ਮਿੱਥ ਕੇ ਸਾਜ਼ਿਸ਼ ਦੇ ਨਾਲ ਗਿਣ ਕੇ ਪੂਰੇ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਖਤਮ ਕਰਨ ਦੀ ਮਨਸਾ ਦੇ ਨਾਲ ਉਸ ਮੌਕੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਾਰੀ ਫੌਜ ਪੂਰੇ ਬਲ ਦੇ ਨਾਲ ਚੜ੍ਹਾ ਕੇ ਸਾਧ ਸੰਗਤ ਜੀ ਉਹ ਟੈਂਕਾਂ, ਤੋਪਾਂ, ਹਵਾਈ ਜਹਾਜ਼ਾਂ ਦੇ ਕਮਾਂਡੋਆਂ ਦੇ ਨਾਲ ਇਹੋ ਜਿਹਾ ਜ਼ਬਰਦਸਤ ਹੱਲਾ ਬੋਲਿਆ ਜਿਹਨੂੰ ਚੱਲਣਾ ਆਮ ਬੰਦੇ ਲਈ ਬਹੁਤ ਔਖਾ ਸੀਗਾ। ਪਰ ਉਹ ਗੁਰੂ ਕੇ ਸਿੰਘ ਤਗੜੇ ਰਹੇ। ਉਹਨਾਂ ਆਪਦਾ ਧਰਮ ਨਹੀਂ ਛੱਡਿਆ, ਕਿਸੇ ਦੀ ਈਨ ਨਹੀਂ ਮੰਨੀ, ਸ਼ਹੀਦੀਆਂ ਪ੍ਰਾਪਤ ਕਰ ਗਏ। ਅਨੇਕਾਂ ਸੰਗਤਾਂ, ਬੱਚੇ ਬਜ਼ੁਰਗ ਵੀ ਉਸ ਜੰਗ ਦੀ ਭੇਟਾ ਚੜ੍ਹੇ। ਅੱਜ ਉਹਨਾਂ ਦਾ 6 ਜੂਨ ਪਵਿੱਤਰ ਸ਼ਹੀਦੀ ਦਿਹਾੜਾ ਹੈ। ਜੇ ਕਿਸੇ ਨੂੰ ਤੁਸੀਂ ਕਹੋ ਤਾਂ ਅਗਲਾ ਜਵਾਬ ਦਿੰਦਾ। ਸਰਕਾਰਾਂ ਵੀ ਇਹ ਗੱਲ ਕਹਿੰਦੀਆਂ ਅਖੇ ਜੀ ਅਸੈਂਬਲੀ ਸਾਹਿਬ ਆਈ ਸੀ ਇੰਦਰਾ ਗਾਂਧੀ ਤੇ ਮਹਾਂਪੁਰਖਾਂ ਪਟੋਕੀ ਮਾਰੀ ਉਹਦੇ ਸਿਰ ਤੇ। ਅਸੈਂਬਲੀ ਸਾਹਿਬ ਤੁਹਾਡੇ ਨਾਲ ਹੀ ਹੈ, ਫਤਿਹਗੜ੍ਹ ਸਾਹਿਬ ਦੇ। ਆਖਿਆ ਬੀਬੀ ਤੂੰ ਬੜਾ ਮਾੜਾ ਕੀਤਾ, ਦਰਬਾਰ ਸਾਹਿਬ ਤੇ ਹਮਲਾ ਕਿਉਂ ਕੀਤਾ? ਦੱਸ। ਆਸ਼ੀਰਵਾਦ ਲੈਣ ਆਈ ਸੀ। ਕਹਿੰਦੀ ਕਾਹਦਾ ਆਸ਼ੀਰਵਾਦ ਦਈਏ, ਤੂੰ ਸਾਡਾ ਅਕਾਲ ਤਖਤ ਢਾਤਾ। ਕਹਿੰਦੀ ਨਹੀਂ ਬਾਬਾ ਜੀ ਉੱਥੇ ਅੱਤਵਾਦੀ ਲੁਕੇ ਹੋਏ ਸੀ। ਤੇ ਬਾਬਾ ਜੀ ਕਹਿੰਦੇ ਵੀ ਸਿੰਘ ਅੱਤਵਾਦੀ ਹੁੰਦੇ ਨੇ? ਦੱਸੋ। ਬਾਣੀ ਪੜ੍ਹਨ ਵਾਲੇ, ਕਥਾ ਕੀਰਤਨ ਵਾਲੇ ਅੱਤਵਾਦੀ? ਅੱਜ ਕੱਲ੍ਹ ਕਿਸਾਨਾਂ ਨੂੰ ਵੀ ਲੋਕਾਂ ਬਣਾਤਾ। ਸਾਡੀ ਜ਼ਬਾਨ ਹੀ ਜਿਹਨੂੰ ਮਰਜ਼ੀ ਕਹਿ ਦਿਓ, ਇਹ ਕੋਈ ਗੱਲ ਥੋੜੋ। ਚਲੋ 1 ਮਿੰਟ ਲਈ ਮੈਂ ਤਾਂ ਮੰਨਦਾ ਨਹੀਂ ਵੈਸੇ, ਕਿਉਂਕਿ ਮੈਂ ਟਕਸਾਲ ਦਾ ਸਿੰਘ ਹਾਂ ਤੇ ਸੰਤ ਜਰਨੈਲ ਸਿੰਘ ਦੇ ਦਰਸ਼ਨ ਕਰਦਾ ਰਿਹਾ ਤੇ ਟਕਸਾਲ ਦੇ ਵਿੱਚੋਂ ਹੀ ਵਿਦਿਆ ਪੜ੍ਹਿਆ। ਆ ਜੋ ਵੀ ਆਪ ਸੁਣਦੇ ਹੋ, ਮੈਂ ਇੱਕ ਕਾਲਜੀਏਟੀ ਮੁੰਡਾ ਸੀਗਾ, ਉਹਨਾਂ ਦਾ ਜੀਵਨ ਵੇਖ ਕੇ ਚੋਲਾ ਪਾਇਆ, ਕਿਉਂਕਿ ਮੁੰਡੇ ਕਮਲੇ ਹੋ ਜਾਂਦੇ ਸੀ ਉਹਨਾਂ ਦੇ ਮਗਰ। ਤੇ ਦਾੜੀ ਮੁਛਾਈ ਨਹੀਂ ਸੀ, ਜੇ ਆਈ ਹੁੰਦੀ ਤੇ ਆਪਾਂ ਵੀ ਭੇਟਾ ਚੜ੍ਹ ਜਾਣਾ ਸੀਗਾ। ਰਹੋ ਵਿਚਾਰ। ਤੋ ਮੈਂ ਤਾਂ ਮੰਨਦਾ ਨਹੀਂ ਵੀ ਸੰਤ ਅੱਤਵਾਦੀ ਸੀਗੇ। ਜੇ ਤੁਹਾਡੀ ਗੱਲ ਆਪਾਂ 1 ਮਿੰਟ ਲਈ ਮੰਨ ਵੀ ਲਈਏ, ਚਲੋ ਉੱਥੇ ਤਾਂ ਅੱਤਵਾਦੀ ਸੀਗੇ ਤੇ ਉਸੇ ਟਾਈਮ ਤੇ ਬਾਕੀ ਦੇ 37 ਗੁਰਦੁਆਰਿਆਂ ਤੇ ਹਮਲਾ ਕਿਉਂ ਕੀਤਾ? ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਿਹੜੇ ਜਨਰਲ ਦਾ ਉੱਥੇ ਜਿਹਨੂੰ ਹੁਕਮ ਲੱਗਾ, ਉਹਦੀ ਡਿਊਟੀ ਲੱਗੀ, ਉਹ ਬੜੇ ਗੁਰਮੁਖ ਪਿਆਰੇ, ਉਹਨਾਂ ਨਾਲ ਮੇਰੀ ਗੱਲਬਾਤ ਹੁੰਦੀ, ਜਨਰਲ ਜਗਜੀਤ ਸਿੰਘ ਜੀ। ਤੇ ਉਹ ਕਹਿੰਦੇ ਵੀ ਬਾਰ-ਬਾਰ ਇੰਦਰਾ ਗਾਂਧੀ ਦਾ ਫੋਨ ਆਉਂਦਾ ਸੀ ਮੈਨੂੰ ਵੀ ਤੂੰ ਅਟੈਕ ਕਿਉਂ ਨਹੀਂ ਕਰਦਾ। ਤੇ ਕਹਿੰਦਾ ਵੀ ਮੈਂ ਮਹਾਂਪੁਰਖਾਂ ਦਾ ਸ਼ਰਧਾਲੂ ਸੀਗਾ। ਇੱਕ ਵਾਰ ਆਖਿਆ ਵੀ ਸੇਵਾ ਦੱਸੋ। ਮਹਾਂਪੁਰਖ ਕਹਿਣ ਲੱਗੇ ਜਦੋਂ ਟਾਈਮ ਆਊਗਾ ਤੈਨੂੰ ਆਪਣੇ ਆਪ ਪਤਾ ਲੱਗੂਗਾ, ਉਦੋਂ ਤੂੰ ਸੇਵਾ ਕਰ ਲਈ। ਉਹਨਾਂ ਨੇ ਕਹਿੰਦੇ ਇਹੋ ਜਿਹੀ ਕਿਰਪਾ ਕੀਤੀ, ਮੇਰੇ ਮਨ 'ਚ ਆਇਆ ਵੀ ਹੁਣ ਸੇਵਾ ਕਰਨ ਦਾ ਮੌਕਾ। ਵੀ ਇੱਥੇ ਕਿਹੜੇ ਅੱਤਵਾਦੀ ਨੇ? ਨਾਰ ਡੋਗਲਾ ਪਲਟਣ ਸੀਗੀ ਤੇ ਬਾਰ-ਬਾਰ ਫੋਨ ਆ ਰਿਹਾ ਦਿੱਲੀ ਤੋਂ ਵੀ ਢਾਹ ਦੇ ਗੁਰਦੁਆਰਾ। ਕਹਿੰਦੇ ਮੈਂ ਬਾਬਾ ਠਾਕੁਰ ਸਿੰਘ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਬੁਲਾਇਆ। ਇੱਥੇ ਚੰਡੀਗੜ੍ਹ ਹੀ ਰਹਿੰਦੇ, ਅਸੀਂ ਅਖੰਡ ਪਾਠ ਵੀ ਕੀਤਾ ਉਹਨਾਂ ਦੇ ਘਰ। ਸਰਕਾਰ ਨੇ ਡਿਸਮਿਸ ਕਰਤਾ ਪਤਾ ਲੱਗਣ ਤੋਂ ਬਾਅਦ। ਉਹ ਸਾਡੇ ਜਥੇ 'ਚ ਵੀ ਬਾਅਦ 'ਚ ਰਹੇ। ਉਹਨਾਂ ਮੈਨੂੰ ਦੱਸਿਆ, ਕਹਿੰਦੇ ਵੀ ਮੈਂ ਬਾਬਾ ਜੀ ਨੂੰ ਆਖਿਆ ਬਾਬਾ ਜੀ ਬੇਨਤੀ ਹੈ, ਤੁਸੀਂ ਬਜ਼ੁਰਗ ਬੰਦੇ ਹੋ, ਵੀ ਜੋ ਕੁਛ ਤੁਹਾਡੇ ਕੋਲ ਹੈਗਾ ਜਾਂ ਤੇ ਮੈਨੂੰ ਦੇ ਦਿਓ, ਜੇ ਮੈਨੂੰ ਨਹੀਂ ਦੇਣਾ ਤੇ ਛੱਪੜ 'ਚ ਸੁੱਟ ਦਿਓ, ਜਾਂ ਪੰਡ ਬਣ ਕੇ ਕਿਤੇ ਨਾ ਕਿਤੇ ਝਾੜੀਆਂ 'ਚ ਸੁੱਟ ਦਿਓ ਤੇ ਤਲਾਸ਼ੀ ਦੇ ਦਿਓ ਇੱਕ ਵਾਰ। ਮੈਂ ਕੁਛ ਨਹੀਂ ਕਹਿੰਦਾ, ਨਾ ਮੈਂ ਕੁਛ ਕਰਾਂਗਾ, ਸਿਰਫ ਇੱਕ ਵਾਰੀ ਗੁਰਦੁਆਰੇ ਐਂਟਰ ਕਰਨ ਦਾ ਸਾਨੂੰ ਇਹ ਹੁਕਮ, ਇਹ ਆਗਿਆ ਦੇ ਦਿਓ ਤੇ ਮੈਂ ਤਲਾਸ਼ੀ ਦਾ ਬਹਾਨਾ ਲਾ ਕੇ ਤੇ ਆਪ ਦਾ ਕੰਮ ਸਾਂਭ ਲੂੰਗਾ। ਨਹੀਂ ਤਾਂ ਵੇਖ ਲਓ ਸਾਰੀ ਹਿੰਦੂ ਪਲਟਣ, ਇਹਨਾਂ ਨੂੰ ਸਾਡੀ ਬੋਲੀ ਵੀ ਸਮਝ ਨਹੀਂ ਆਉਂਦੀ ਔਰ ਮੇਰੇ ਨਾਲ ਅੱਖਾਂ ਲਾਲ ਕਰਕੇ ਵੇਖ ਰਹੇ ਨੇ। 1 ਮਿੰਟ ਦੇ ਵਿੱਚ ਜੇ ਮੈਂ ਉਂਗਲ ਕਰਤੀ, ਇਹਨਾਂ ਗੋਲੀਆਂ ਬੰਬ ਮਾਰ ਕੇ ਸਭ ਗੁਰਦੁਆਰਾ ਢਾਹ ਸੁੱਟਣਾ। ਬੇਨਤੀ ਆ ਵੀ ਗੇਟ ਤੇ ਆ ਜਾਓ ਜਿੰਨੇ ਸਿੰਘ ਨੇ। ਬਾਬਾ ਜੀ ਸਾਧੂ ਸੀਗੇ, ਸ਼ਾਂਤਮਈ ਅਵਸਥਾ ਵਾਲੇ, ਜਿਨ੍ਹਾਂ ਦੇ ਨਾਲ ਮੈਂ 15 ਸਾਲ ਵਿਚਰਿਆ। ਉਹ ਬੋਲਦੇ ਵੀ ਨਹੀਂ ਸਨ,
100 ਗੱਲ ਕਰੋ ਇੱਕ ਜਵਾਬ ਦਿੰਦੇ ਸੀ। ਉਹਨਾਂ ਸਾਨੂੰ ਬੱਚਿਆਂ ਦੀ ਤਰ੍ਹਾਂ ਸਾਂਭਿਆ ਬੁੱਕਲ ਦੇ ਵਿੱਚ। ਉਹਨਾਂ ਦੀ ਡਿਊਟੀ ਗੁਰਦੁਆਰੇ ਸੀਗੀ। ਉਹਨਾਂ ਸਾਰੇ ਸਿੰਘ ਇਕੱਠੇ ਕਰਕੇ ਗੇਟ ਤੇ ਲਿਆਂਦੇ। ਜਨਰਲ ਸਾਹਿਬ ਕਹਿੰਦੇ ਮੈਂ ਅੰਦਰ ਗਿਆ, 2-4 ਕਮਰਿਆਂ 'ਚ ਵੜਿਆ, ਕਾਰਵਾਈ ਪਾਤੀ ਵੀ ਇੱਥੇ ਕੁਛ ਨਹੀਂ ਹੈ ਵੀ ਕੁਛ ਨਹੀਂ ਸੀਗਾ। ਜੇ ਕਹਿੰਦੇ ਕੋਈ ਹੋਰ ਹੁੰਦਾ ਤੇ ਉਹਨੇ ਹਮਲਾ ਕਰਕੇ ਤੇ ਗੁਰਦੁਆਰਾ ਢਾਹ ਸੁੱਟਣਾ ਸੀਗਾ। ਦਿੱਲੀ ਦੇ ਵਿੱਚ ਕਿੰਨਾ ਕਤਲੇਆਮ ਹੋਇਆ ਤੁਹਾਡੇ ਸਾਹਮਣੇ। 37 ਗੁਰਦੁਆਰਿਆਂ ਤੇ ਹਮਲਾ ਹੋਇਆ, ਉਹਨਾਂ 'ਚ ਕਿਹੜੇ ਅੱਤਵਾਦੀ ਸੀਗੇ? ਇਸ ਗੱਲ ਦਾ ਕੋਈ ਜਵਾਬ ਦੇਵੇ। ਸੋ ਗਿਣੀ ਮਿੱਥੀ ਸਾਜ਼ਿਸ਼ ਨਾਲ ਸਿੱਖ ਕੌਮ ਦਾ ਘਾਣ ਕਰਨਾ ਸੀ। ਜੇ ਹੋਰ 4 ਦਿਨ ਜਿਉਂਦੀ ਰਹਿ ਜਾਂਦੀ ਤਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਪਾਕਿਸਤਾਨ ਦਾ ਬਾਰਡਰ ਖੋਲ੍ਹ ਕੇ ਬੇਅੰਤ ਸੋਂ ਪੱਕਾ ਕੱਟੜ ਕਾਂਗਰਸੀ ਸੀ ਉਹਦਾ ਪਹਿਰੇਦਾਰ, ਉਹਨੇ ਗੋਲੀ ਕਿਉਂ ਚਲਾਈ? ਕਿਉਂਕਿ ਉਹਨੂੰ ਪਤਾ ਲੱਗ ਗਿਆ ਉਹਦੇ ਵਫਾਦਾਰ ਦੇ ਰਾਹੀਂ ਵੀ ਇਹ ਸਕੀਮ ਹੈ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਪਾਕਿਸਤਾਨ ਨਾਲ ਲੜਾਈ ਲਾ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਪੰਜਾਬ ਦਾ ਮਲੀਆ ਮੇੜ ਕਰ ਸੁੱਟਣਾ। ਅੱਜ ਕੱਲ੍ਹ ਵੀ ਕਿਸਾਨਾਂ ਨੂੰ ਮਾਰਨ ਦੀ ਸਾਜ਼ਿਸ਼ ਨਹੀਂ, ਕਿਸਾਨ ਤਾਂ ਬੜੀ ਨੀਵੀਂ ਹਸਤੀ ਹੈ। ਇਹਨਾਂ ਦਾ ਧਿਆਨ ਬਹੁਤ ਉੱਚਾ ਹੈ, ਪੰਜਾਬ ਦਾ ਖਾਤਮਾ ਕਰਨਾ। ਨਾ ਕੋਈ ਇੱਥੇ ਵਿਦਿਆ, ਨਾ ਕੋਈ ਪੜ੍ਹਾਈ। ਨਿਆਣੇ ਸਾਡੇ ਦਾੜੀਆਂ ਕੇਸ ਕਟਾ ਕੇ ਜਿਹੜੇ ਅੰਮ੍ਰਿਤਧਾਰੀ ਸੀਗੇ ਉਹ ਨਸ਼ਿਆਂ ਚਿੱਟੇ ਕਾਲੇ ਦੇ ਵਿੱਚ ਭੁੱਕੀ ਡੋਡਿਆਂ ਫੀਮ, ਕਿਹੜਾ ਨਸ਼ਾ ਨਹੀਂ ਸਾਡੇ ਕੋਲ ਦੱਸੋ। ਪੈਸੇ ਦੀ ਕੋਈ ਘਾਟ ਨਹੀਂ, ਨਸ਼ਿਆਂ ਦੇ ਵਿੱਚ ਨੌਜਵਾਨੀ ਗਲਤਾਨ ਹੋ ਰਹੀ ਹੈ। ਕੋਈ ਮੁੰਡਾ ਕੁੜੀ ਦੱਸੋ ਕੋਈ ਤਰੱਕੀ ਕੀਤੀ ਹੋਵੇ? ਬੈਂਗਲੌਰ, ਬੰਬੇ, ਕਲਕੱਤੇ ਇੱਧਰਲੇ ਪਾਸੇ ਸਾਰੇ ਉਹ IPS ਆਫੀਸਰ ਬਣਦੇ ਨੇ। ਸਾਡੇ ਬੱਚੇ ਕਿਉਂ ਪੜ੍ਹਦੇ ਨਹੀਂ? ਪੜ੍ਹਾਈ ਦਾ ਪ੍ਰਬੰਧ ਹੀ ਨਹੀਂ। ਕੋਈ ਯੂਨੀਵਰਸਿਟੀ ਕੋਈ ਕਾਲਜ ਹੈ ਉੱਥੇ ਨਿਆਣਿਆਂ ਨੂੰ ਪੜ੍ਹਾਉਣ ਵਾਲਾ ਕੋਈ ਨਹੀਂ। ਲਾਕਡਾਊਨ ਲਾ ਕੇ ਬੇੜਾ ਬਿਠਾ ਦਿੱਤਾ ਹੋਇਆ। ਕਿਉਂ? ਬੜੀ ਲੰਬੀ ਉੱਚੀ ਸੋਚ ਹੈ। ਇਸ ਤੋਂ ਬਚਣਾ ਪਊਗਾ। ਇਹ ਸਾਜ਼ਿਸ਼ ਸੀ। ਸੋ ਅੱਜ ਦਾ ਦਿਨ 6 ਜੂਨ ਦਾ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਪ੍ਰਣਾਮ ਸ਼ਹੀਦਾਂ ਨੂੰ, ਸ਼ਹੀਦਾਂ ਦੇ ਅਸਥਾਨ ਦੇ ਇਹ ਪੰਕਤੀ ਪੜ੍ਹਦੇ ਹਾਂ ਉਹਨਾਂ ਨੂੰ। ਸੋ ਸ਼ਰਧਾ ਦੇ ਫੁੱਲ ਭੇਟਾ ਕਰਦੇ ਹਾਂ। ਇਹਦੇ ਨਾਲ ਹੀ ਆਪ ਦੇ ਵਿਚਾਰ ਸੀਮਤ ਕਰਦੇ ਹਾਂ ਜੀ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੇ। ਸੁਖ ਸਹਿਜ ਆਨੰਦ ਘਣਾ, ਪ੍ਰਭ ਜਪਤਿਆਂ ਦੁਖ ਜਾਏ। ਨਾਨਕ ਨਾਮ ਜਪਤ ਸੁਖ ਉਪਜੈ, ਦਰਗਹਿ ਪਾਈਐ ਥਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।